ਅੱਜ ਅਸੀਂ ਕੈਨੇਡਾ ਵਿੱਚ ਸਿਰ ਉਠਾ ਕੇ ਸੋਹਣੀਆਂ ਦਸਤਾਰਾਂ ਸਜਾ ਕੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਬਾਣੇ ਜਾਂ ਫਿਰ ਕੁੜਤੇ ਪਜਾਮੇ ਪਾ ਕੇ ਕੈਨੇਡੀਅਨ ਸੜਕਾਂ ਦੇ ਉੱਤੇ ਟੌਰ ਨਾਲ ਘੁੰਮ ਫਿਰ ਰਹੇ ਹਾਂ ਤੇ ਇਹਦੇ ਨਾਲ ਕੈਨੇਡੀਅਨ ਆਰਮੀ ਵਿੱਚ ਦਸਤਾਰ ਦੀ ਅਲਾਇੰਸ ਮਿਲਣੀ, ਮੋਟਰਸਾਈਕਲ ਬਿਨਾਂ ਹੈਲਮਟ ਚਲਾਉਣ ਦੀ ਇਜਾਜ਼ਤ ਮਿਲਣੀ, ਐਕਸ ਕੈਨੇਡੀਅਨ ਡਿਫੈਂਸ ਮਿਨਿਸਟਰ ਦਾ ਇੱਕ ਅੰਮ੍ਰਿਤਧਾਰੀ ਸਿੱਖ ਹੋਣਾ, ਸੁਪਰੀਮ ਕੋਰਟ ਤੇ ਪਬਲਿਕ ਪਲੇਸਿਸ ਵਿੱਚ ਕਿਰਪਾਨ ਦੀ ਪਰਮਿਸ਼ਨ ਮਿਲਣੀ, ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖਾਂ ਦੀ ਗਿਣਤੀ ਵਧਣੀ और छोटी जी पॉपूलेशन वाली कम्यूनिटी का कैनेडा की सेंटर की सरकार तक कमाल का इन्फ्लुएंस होना तो बिजनेसिस दे विच हैरान करने वाली ग्रोथ वाकई बहुत वड्डी अचीवमेंट है। पर यह सब मुफ्त च नहीं मिले। ਇਹਦੇ ਪਿੱਛੇ ਸਾਡੇ ਬਜ਼ੁਰਗਾਂ ਨੇ ਆਪਣੇ ਲੱਕ ਤੋੜੇ, ਜਦੋਜਹਿਦ ਕੀਤੀ, ਅੰਗਰੇਜ਼ ਵਰਕਰਸ ਤੇ ਅੰਗਰੇਜ਼ ਪੁਲਿਸ ਦਾ ਜ਼ੁਲਮ ਸਹਾ, ਹਰ ਰੋਜ਼ ਆਪਣੀ ਜਾਨ ਹਥੇਲੀ ਤੇ ਰੱਖ ਕੇ ਕੰਮ ਤੇ ਜਾਣਾ ਤੇ ਕੰਮ ਤੋਂ ਆਉਣਾ ਔਰ ਅੰਗਰੇਜ਼ ਵਰਕਰਸ ਨਾਲੋਂ ਕਈ ਗੁਣਾ ਘੱਟ ਤਨਖਾਹ 'ਚ ਕੰਮ ਵੀ ਕਰਨਾ ਔਰ ਬੇਇੱਜ਼ਤੀ ਵੀ ਕਰਾਣੀ। ਆਪਣੀ ਹੋਂਦ ਦੀ ਲੜਾਈ ਪਿੱਛੇ ਆਪਣਿਆਂ ਨੂੰ ਪੈਸੇ, ਜ਼ਮੀਨ, ਜਾਇਦਾਦ ਸਾਰਾ ਕੁਝ ਦਾਅ ਤੇ ਲਗਵਾਇਆ ਤੇ ਗਵਾਇਆ ਵੀ, ਪਰ ਨਾ ਹੀ ਉਹਨਾਂ ਨੇ ਹਾਰ ਮੰਨੀ ਤੇ ਨਾ ਹੀ ਸਿਰ ਝੁਕਾਇਆ। ਕੁਝ ਇਸ ਤਰ੍ਹਾਂ ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਆਜ਼ਾਦੀ ਮਿਲੀ ਆ ਔਰ ਮੇਰੇ ਕੁਝ ਭੈਣ ਭਰਾ ਕਾਲਜਸ ਦੇ ਪਲਾਜ਼ਾ ਦੇ ਵਿੱਚ ਹੁੱਲੜਬਾਜ਼ੀ ਕਰਨ ਤੋਂ ਪਹਿਲਾਂ ਜਾਂ ਫਿਰ ਕਿਸੇ ਪਬਲਿਕ ਸੈਟਿੰਗ ਦੇ ਵਿੱਚ ਜਿੱਥੇ ਹੋਰ ਕਮਿਊਨਿਟੀਜ਼ ਵੀ ਹੁੰਦੀਆਂ ਨੇ ਉੱਥੇ ਕੋਈ ਬਦਤਮੀਜ਼ੀ ਕਰਨ ਤੋਂ ਪਹਿਲਾਂ ਜਿਹਦੇ ਨਾਲ ਸਾਡੀ ਕਮਿਊਨਿਟੀ ਦਾ ਨਾਮ ਖਰਾਬ ਹੋਵੇ ਉਸ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਤੇ ਸ਼ਹੀਦਾਂ ਨੂੰ ਯਾਦ ਕਰ ਲੈਣ ਜਿਨ੍ਹਾਂ ਕਰਕੇ ਅਸੀਂ ਇੰਨੇ ਰੁਤਬੇ ਦੇ ਨਾਲ ਇਹਨਾਂ ਦੇਸ਼ਾਂ ਵਿੱਚ ਵਸ ਰਹੇ ਹਾਂ। We did receive this video from multiple people who are voicing concerns, but this is not the first time an incident like this has happened. Now we are going to show you the video, but warning, it is graphic. ਆਓ ਦੇਖਦੇ ਆ ਇਹਨਾਂ 2% ਸਿੱਖਾਂ ਦਾ ਕੀ ਇਤਿਹਾਸ ਆ ਤੇ ਕਿਉਂ ਕੈਨੇਡਾ ਦੇ ਝੰਡੇ ਦੇ ਨਾਲ ਸਿੱਖਾਂ ਦੇ ਨਿਸ਼ਾਨ ਸਾਹਿਬ ਵੀ ਬਰਾਬਰ ਲਹਿਰਾਏ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਗੁਰੂ ਸਾਹਿਬਾਨ ਨੇ ਕਦੇ ਵੀ ਕੈਨੇਡਾ ਦੀ ਧਰਤੀ ਤੇ ਪੈਰ ਨਹੀਂ ਪਾਏ, ਪਰ ਫਿਰ ਵੀ ਸਿੱਖੀ ਇੱਥੇ ਇੰਨੀ ਚੜ੍ਹਦੀ ਕਲਾ ਦੇ ਵਿੱਚ ਆ। ਤੇ ਆਖਿਰ ਕੌਣ ਸੀ ਉਹ ਪਹਿਲੇ ਸਿੱਖ ਜਿਹੜੇ ਇਸ ਕੈਨੇਡਾ ਦੀ ਧਰਤੀ ਤੇ ਪਹਿਲੀ ਵਾਰੀ ਆਏ ਔਰ ਕੌਣ ਸੀ ਉਹ ਪਹਿਲਾ ਸਿੱਖ ਜਿਹਨੇ ਇਸ ਧਰਤੀ ਤੇ ਜਨਮ ਵੀ ਲਿਆ ਤੇ ਕਿਹੜੀਆਂ ਮੁਸ਼ਕਿਲਾਂ ਜਾਂ ਕੰਟਰੋਵਰਸੀਜ਼ ਦਾ ਸਾਹਮਣਾ ਕਰਨਾ ਪਿਆ ਤੇ ਕਿਉਂ ਸਿੱਖਾਂ ਦੀ ਇੰਨੀ ਚੜ੍ਹਤ ਹੈ ਕੈਨੇਡਾ ਦੇ ਵਿੱਚ, ਜਾਣਦੇ ਆ ਇਸ ਵੀਡੀਓ 'ਚ। ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਤਾਂ ਕਿ ਵਧੀਆ ਰਿਸਰਚ, ਸ਼ੂਟਿੰਗ ਤੇ ਐਡੀਟਿੰਗ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਸਕੇ, ਜਿਹਦੇ ਨਾਲ ਸਾਡੀ ਕਮਿਊਨਿਟੀ ਨੂੰ ਇੱਕ ਵਧੀਆ ਸਿਹਤ ਵੀ ਮਿਲ ਸਕੇ ਤੇ ਹੋਰ ਏਰੀਆਜ਼ ਦੀ ਵੀ ਨੌਲੇਜ ਹੋ ਸਕੇ ਤੇ ਆਪਣੇ ਇਤਿਹਾਸ ਤੋਂ ਜਾਣੂ ਵੀ ਹੋ ਸਕੀਏ। ਸਾਡੀ ਇਸ ਕੋਸ਼ਿਸ਼ ਵਿੱਚ ਸਾਥ ਪਾਉਣ ਲਈ ਤੁਸੀਂ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਕੇ ਸਾਡਾ ਮਨੋਬਲ ਵੀ ਵਧਾ ਸਕਦੇ ਹੋ ਔਰ ਤੁਸੀਂ ਸਾਡੇ ਬਿਜ਼ਨਸ ਨੂੰ ਵੀ ਸਪੋਰਟ ਕਰ ਸਕਦੇ ਹੋ। ਅਗਰ ਤੁਸੀਂ ਕੈਨੇਡਾ ਵਿੱਚ ਕੋਈ ਵੀ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਇੱਕ ਲਾਇਸੈਂਸ ਮੌਰਗੇਜ ਏਜੰਟ ਹਾਂ ਔਰ ਮੈਂ ਤੁਹਾਡੀ ਕਈ ਤਰੀਕਿਆਂ ਦੇ ਨਾਲ ਮਦਦ ਵੀ ਕਰ ਸਕਦਾ ਹਾਂ। ਮੇਰੇ ਤੱਕ ਪਹੁੰਚਣ ਦੀਆਂ ਸਾਰੀਆਂ ਡਿਟੇਲਸ ਤੁਹਾਡੇ ਸਕਰੀਨ ਦੇ ਉੱਤੇ ਸ਼ੋ ਹੋ ਰਹੀਆਂ ਨੇ। ਇੰਡੀਆ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਕੈਨੇਡਾ ਵਿੱਚ ਹੀ ਮਿਲਦੀ ਹੈ, ਜੋ ਕਿ ਤਕਰੀਬਨ 8 ਲੱਖ ਹੈ ਤੇ ਕੈਨੇਡਾ ਦੀ ਟੋਟਲ ਪੋਪੂਲੇਸ਼ਨ ਦਾ ਸਿਰਫ 2.1%। और सिखा की कम्यूनिटी कैनेडा विच सब तो फास्टेस्ट ग्रोइंग कम्यूनिटी है और 4th लार्जेस्ट रिलीजियस ग्रुप भी। कैनेडा के 3 स्टेट्स च सब तो ज़्यादा सिखा की आबादी पाई जाती है, जो कि ब्रिटिश कोलंबिया, अल्बर्टा ते अंटारियो। अगर असी 4 शहरों की गल करिए इत्थे कैनेडा की 50% तो ज़्यादा सिखा की पॉपूलेशन मिल सकती है, ब्रैम्पटन, सरी, कैलगरी ते एडमंटन। और इस तो अलावा पंजाब ते चंडीगढ़ तो बाद सिखा की सब तो ज़्यादा डेंस पॉपूलेशन ब्रिटिश कोलंबिया च पाई जाती है। और कैनेडा के ब्रिटिश कोलंबिया, मैनीटोबा के यूकोन दे विच सिखिज़म दूजे नंबर पर सब तो ज़्यादा फॉलोड रिलीजन है। कैनेडा का सिखा के नाल रिलेशन महाराजा रणजीत सिंह के दरबार तो ही शुरू हो गया सीगा। कई अंपायर्स ते कंट्रीज एक दूजे दे नाल खुली बोलचाल रखने के लिए अपने डिप्लोमैट्स एक दूजे वाल भेजते होंदे सीगे। जिवें असीं अज दी डेट विच भी देखते हैं कि इंडिया दे विच कई कंट्रीज के कॉन्सुलेट या डिप्लोमैट्स भी रहिंदे ने और इस तरह कैनेडा या अमेरिका च भी कई कंट्रीज के डिप्लोमैटिक कॉन्सुलेट्स भी रहिंदे ने, जो कि बहुत ज़्यादा मदद करते हैं कॉन्फ्लिक्ट्स या इशूज़ नूं रिजॉल्व करने के लिए। इसी तरह ही ब्रिटिश सरकार का एक डिप्लोमैट चार्ल्स मैटकैल्फ महाराजा रणजीत सिंह के दरबार के नाल कॉन्टैक्ट विच रहिंदा सीगा ते उहदी मेन रेसीडेंस भी लाहौर सी, जो कि सिख राज की राजधानी भी सीगी। मैटकैल्फ ने बहुत बड़ा रोल निभाया सिख अंपायर ते ब्रिटिश ईस्ट इंडिया कंपनी दे विच संधि, ट्रीटीज़ या एग्रीमेंट साइन कराने दे लई। इहदे नाल दोवें अंपायर्स दी सरहदां भी तय होईयां सीगीआं और इस दौरान चार्ल्स मैटकैल्फ दा विआह महाराजा रणजीत सिंह दे दरबार दे एक बहुत ही इंपॉर्टेंट मैंबर एक सिख लेडी दे नाल होया सीगा। इस तो बाद मैटकैल्फ कैनेडा दे गवर्नर जनरल भी बने ते ईस्ट एंड वैस्ट कैनेडा दे लिeutenant गवर्नर भी बने। महाराजा रणजीत सिंह दे जान तो कुछ साल बाद कैनेडियन आर्मी ते सिखा दी आर्मी ने रल के कुछ जंगां भी लड़ियां। 1857 ਦੇ ਇੰਡੀਅਨ ਰਿਬੈਲੀਅਨ ਦੇ ਵਿੱਚ ਕੈਨੇਡੀਅਨ ਆਰਮੀ ਤੇ ਸਿੱਖਾਂ ਦੀ ਆਰਮੀ ਨੇ ਰਲ ਕੇ ਬੈਟਲ ਆਫ ਦਿੱਲੀ ਤੇ ਬੈਟਲ ਆਫ ਲਖਨਊ ਵੀ ਜਿੱਤੀ, ਜਿਹਦੇ ਕਰਕੇ ਕੈਨੇਡਾ ਦੇ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਦਿੱਲੀ ਤੇ ਲਖਨਊ ਨਾਮ ਦੇ ਸ਼ਹਿਰ ਵੀ ਬਣਾਏ ਗਏ। ਬੈਟਲ ਆਫ ਦਿੱਲੀ ਤੇ ਬੈਟਲ ਆਫ ਲਖਨਊ 1857 ਦੀ ਇੰਡੀਅਨ ਰਿਬੈਲੀਅਨ ਦਾ ਹਿੱਸਾ ਸੀ, ਜਿਹਦਾ ਇਹ ਮਤਲਬ ਹੈ ਕਿ ਇੰਡੀਅਨਸ ਨੇ ਬ੍ਰਿਟਿਸ਼ ਸਰਕਾਰ ਖਿਲਾਫ ਬਗਾਵਤ ਸ਼ੁਰੂ ਕੀਤੀ ਸੀਗੀ ਔਰ ਇਹ ਲੜਾਈਆਂ ਉਦੋਂ ਹੀ ਲੜੀਆਂ ਗਈਆਂ ਸੀਗੀਆਂ, ਜਿਹਦੇ ਵਿੱਚ 2 ਚੀਜ਼ਾਂ ਦੇਖਣ ਨੂੰ ਮਿਲੀਆਂ। ਕਈ ਹਿੰਦੂ, ਮੁਸਲਿਮ ਤੇ ਸਿੱਖ ਇਸ ਬਗਾਵਤ ਦੇ ਖਿਲਾਫ ਸੀ ਤੇ ਅੰਗਰੇਜ਼ ਸਰਕਾਰ ਦੇ ਖਿਲਾਫ ਲੜੇ और कई हिंदू, मुस्लिम ते सिख इस बगावत के नाल सीगे ते अंग्रेज सरकार के नाल लड़े। जिवें असीं बंगाल ते बिहार की भी गल करिए, इत्थे दे हिंदूज़ ने इस बगावत के खिलाफ भी लड़े और कई हिंदूज़ इस बगावत के नाल भी लड़े।
ਪਰ ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਇਹਦੇ ਦੋ ਬਹੁਤ ਵੱਡੇ ਕਾਰਨ ਸੀਗੇ ਕਿ ਕਿਉਂ ਜ਼ਿਆਦਾਤਰ ਸਿੱਖਾਂ ਨੇ ਬ੍ਰਿਟਿਸ਼ ਆਰਮੀ ਦਾ ਸਪੋਰਟ ਕੀਤਾ ਇੰਡੀਅਨ ਰਿਬੈਲੀਅਨ ਦੇ ਟਾਈਮ। ਸਭ ਤੋਂ ਪਹਿਲਾ ਕਾਰਨ ਇਹ ਸੀਗਾ ਕਿ ਇਸ ਰਿਬੈਲੀਅਨ ਦਾ ਇੱਕ ਲੀਡਰ ਬਹਾਦਰ ਸ਼ਾਹ ਜ਼ਫਰ ਆ, ਜੋ ਮੁਗਲ ਡਾਇਨੈਸਟੀ ਦਾ ਲਾਸਟ ਮੁਗਲ ਐਮਪਰਰ ਵੀ ਰਿਹਾ ਔਰ ਜਿਹਨੂੰ ਇੱਕ ਟਾਈਮ ਤੇ ਐਮਪਰਰ ਆਫ ਹਿੰਦੁਸਤਾਨ ਵੀ ਘੋਸ਼ਿਤ ਕਰ ਦਿੱਤਾ ਗਿਆ ਸੀਗਾ। ਸਿੱਖਾਂ ਦਾ ਮੁਗਲਾਂ ਦੇ ਨਾਲ ਬਹੁਤ ਪੁਰਾਣਾ ਇਤਿਹਾਸ ਹੈ ਕਿਉਂਕਿ ਇਹਨਾਂ ਨੇ ਗੁਰੂ ਸਾਹਿਬਾਨਾਂ ਨੂੰ ਤੇ ਸੈਂਕੜੋ ਸਿੰਘ ਸਿੰਘਣੀਆਂ ਨੂੰ ਸ਼ਹੀਦ ਵੀ ਕਰਵਾਇਆ ਸੀਗਾ, ਜਿਹਦੇ ਕਰਕੇ ਸਿੱਖ ਕੰਫਰਟੇਬਲ ਨਹੀਂ ਸੀ ਦੁਬਾਰਾ ਆਪਣੀ ਜਾਨ ਹਥੇਲੀ 'ਚ ਰੱਖ ਕੇ ਉਹਨਾਂ ਹੀ ਮੁਗਲਾਂ ਨੂੰ ਸਪੋਰਟ ਕਰਨ ਦੇ ਲਈ ਜਿਨ੍ਹਾਂ ਨੇ ਉਹਨਾਂ ਦਾ ਸਦੀਆਂ ਤੋਂ ਭਾਰੀ ਨੁਕਸਾਨ ਕੀਤਾ ਹੈ। ਇਹਦਾ ਦੂਸਰਾ ਕਾਰਨ ਇਹ ਵੀ ਹੈ ਕਿ ਸਿਰਫ 8 ਸਾਲ ਪਹਿਲਾਂ ਸਿੱਖਾਂ ਨੇ ਆਪਣਾ ਸਿੱਖ ਰਾਜ ਗਵਾਇਆ, ਜਿਹਦੇ ਵਿੱਚ ਸੈਂਕੜੋ ਹੀ ਸਿੱਖ ਐਂਗਲੋ ਸਿੱਖ ਵਾਰ ਦੇ ਵਿੱਚ ਮਾਰੇ ਗਏ। ਇਹਨਾਂ ਐਂਗਲੋ ਸਿੱਖ ਵਾਰਸ ਦੇ ਵਿੱਚ ਸਿੱਖਾਂ ਨੂੰ ਬਹੁਤ ਭਾਰੀ ਨੁਕਸਾਨ ਚੱਲਣਾ ਪਿਆ। ਇਹਨਾਂ ਦੇ ਕਈ ਲੀਡਰਸ ਮਾਰੇ ਗਏ ਤੇ ਕਈ ਲੀਡਰਸ ਨੂੰ ਕੈਦ ਵੀ ਕਰ ਲਿੱਤਾ ਗਿਆ ਔਰ ਬ੍ਰਿਟਿਸ਼ਰਸ ਨੇ ਸਿੱਖਾਂ ਨੂੰ ਇਨਫਲੂਐਂਸ ਵੀ ਕੀਤਾ ਕਿ ਤੁਸੀਂ ਰਹਿਤ ਮਰਿਆਦਾ ਵਿੱਚ ਸਾਬਤ ਸੂਰਤ ਰਹਿ ਕੇ ਆਪਣੇ ਧਰਮ ਨੂੰ ਫੋਲੋ ਵੀ ਕਰ ਸਕਦੇ ਹੋ ਔਰ ਇਹਦੇ ਵਿੱਚ ਉਹਨਾਂ ਨੂੰ ਕੋਈ ਮਨਾਹੀ ਨਹੀਂ ਹੋਏਗੀ। ਕੈਨੇਡਾ ਵੀ ਇੰਡੀਆ ਵਾਂਗੂ ਇੱਕ ਬ੍ਰਿਟਿਸ਼ ਕਾਲੋਨੀ ਸੀਗੀ ਔਰ ਕੈਨੇਡੀਅਨ ਸਰਕਾਰ ਵੀ ਚੰਗੀ ਤਰ੍ਹਾਂ ਵਾਕਿਫ ਸੀਗੀ ਸਿੱਖਾਂ ਦੀ ਬਹਾਦਰੀ ਤੋਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਜਰਨੈਲ ਤੇ ਐਂਗਲੋ ਸਿੱਖ ਵਾਰ ਦੀ ਕਈ ਕਿੱਸੇ ਬ੍ਰਿਟਿਸ਼ ਅੰਪਾਇਰ ਦੇ ਅਲੱਗ-ਅਲੱਗ ਰਜੀਮਸ ਤੱਕ ਪਹੁੰਚ ਜਾਂਦੀਆਂ ਸੀਗੀਆਂ। ਔਰ ਇਸ ਗੱਲ ਦਾ ਸਬੂਤ 1867 ਚ ਮਿਲਦਾ ਹੈ ਜਦੋਂ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਨ ਏ ਮੈਕਡੋਨਲਡ ਨੇ ਬ੍ਰਿਟਿਸ਼ ਇੰਡੀਆ ਵੱਲ ਨੂੰ ਇੱਕ ਚਿੱਠੀ ਲਿਖੀ ਤੇ ਕਿਹਾ ਕਿ ਇੰਗਲੈਂਡ ਤੇ ਯੂਨਾਈਟਿਡ ਸਟੇਟਸ ਵਿੱਚ ਕਦੇ ਵੀ ਜੰਗ ਹੋ ਸਕਦੀ ਹੈ ਔਰ ਇੰਡੀਆ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੀ ਹੈ ਅਗਰ ਉਹ ਸਿੱਖਾਂ ਦੀ ਆਰਮੀ ਕੈਨੇਡਾ ਵੱਲ ਨੂੰ ਭੇਜੇ ਤਾਂ ਕਿ ਕੈਨੇਡਾ ਨੂੰ ਹੋਰ ਪ੍ਰੋਟੈਕਸ਼ਨ ਮਿਲ ਸਕੇ। ਪਰ ਇਹ ਰਿਕੁਐਸਟ ਕਦੇ ਵੀ ਫੁੱਲਫਿਲ ਨਹੀਂ ਹੋਈ ਕਿਉਂਕਿ ਇੰਗਲੈਂਡ ਤੇ ਯੂਨਾਈਟਿਡ ਸਟੇਟਸ ਦੇ ਕਨਫਲਿਕਟਸ ਰਿਜ਼ੋਲਵ ਹੋ ਚੁੱਕੇ ਸੀਗੇ। ਔਰ ਇਸ ਇਵੈਂਟ ਤੋਂ 21 ਸਾਲ ਬਾਅਦ ਸਨ 1888 ਦੇ ਵਿੱਚ ਸਿੱਖ ਰਾਜ ਦੀ ਜਾਨ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਤੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਦਲੀਪ ਸਿੰਘ ਪਹਿਲੇ ਸਿੱਖ ਹੋਏ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ। ਵਿਕਟਰ ਦਲੀਪ ਸਿੰਘ ਬ੍ਰਿਟਿਸ਼ ਨਾਰਥ ਅਮਰੀਕਾ ਦੀ ਆਰਮੀ ਦੇ ਕਮਾਂਡਰ ਇਨ ਚੀਫ ਜਨਰਲ ਸਰ ਜੌਨ ਰੌਸ ਦੇ ਆਨਰਰੀ ਏਡੇ ਕੈਂਪ, ਜਿਹਦਾ ਮਤਲਬ ਉਹਨਾਂ ਦੇ ਰਾਈਟ ਹੈਂਡ ਮੈਨ ਐਜ਼ ਅ ਕੈਂਪ ਅਸਿਸਟੈਂਟ ਵੀ ਬਣ ਕੇ ਕੈਨੇਡਾ ਵਿੱਚ ਰਹੇ, ਜੋ ਕਿ ਇੱਕ ਬਹੁਤ ਵੱਡੀ ਤੇ ਰੈਪਿਊਟਡ ਪੋਜੀਸ਼ਨ ਹੈ। ਇਹਨਾਂ ਨੇ ਕੈਨੇਡਾ ਵਿੱਚ ਤਕਰੀਬਨ 2 ਸਾਲ ਗੁਜ਼ਾਰੇ ਤੇ ਫੈਬਰੂਰੀ 1890 ਦੇ ਵਿੱਚ ਇਹ ਇੰਗਲੈਂਡ ਵਾਪਸ ਮੁੜ ਗਏ ਔਰ ਇਸ ਤੋਂ ਸਿਰਫ 7 ਸਾਲ ਬਾਅਦ ਕੈਨੇਡਾ ਦੀ ਧਰਤੀ ਤੇ ਪਹਿਲੇ ਸਾਬਤ ਸੂਰਤ ਸਿੱਖ ਨੇ ਪੈਰ ਰੱਖਿਆ ਜਿਨ੍ਹਾਂ ਦਾ ਨਾਮ ਕੇਸਰ ਸਿੰਘ ਸੀਗਾ। ਔਰ ਇਹ ਕੋਈ ਆਮ ਇਨਸਾਨ ਨਹੀਂ ਬਲਕਿ ਕੇਸਰ ਸਿੰਘ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਰਿਸਾਲਦਾਰ ਮੇਜਰ ਸੀਗੇ। ਇਹ ਹਾਈਐਸਟ ਰੈਂਕਿੰਗ ਹੈ ਜੋ ਇੱਕ ਮੂਲ ਨਿਵਾਸੀ ਨੂੰ ਬ੍ਰਿਟਿਸ਼ ਆਰਮੀ 'ਚ ਮਿਲ ਸਕਦੀ ਸੀ। ਕੇਸਰ ਸਿੰਘ ਬ੍ਰਿਟਿਸ਼ ਇੰਡੀਅਨ ਆਰਮੀ ਦੇ 5th ਕੈਵਲਰੀ ਦੇ ਆਫੀਸਰ ਸੀਗੇ ਔਰ ਇਹਨਾਂ ਦੇ ਬਹਾਦਰੀ ਦੇ ਕਿੱਸੇ ਅੰਗਰੇਜ਼ ਖੁਦ ਗਾਇਆ ਕਰਦੇ ਸੀਗੇ। ਕੇਸਰ ਸਿੰਘ ਨੂੰ ਆਪਣੀ ਬਹਾਦਰੀ ਕਰਕੇ ਇੱਕ ਮੈਡਲ ਤੇ ਕਲਾਸ ਵੀ ਮਿਲਿਆ ਜਵਾਕੀ ਐਕਸਪੀਡੀਸ਼ਨ ਦੇ ਵਿੱਚ, ਜੋ ਕਿ ਫਰਸਟ ਐਂਗਲੋ ਅਫਗਨ ਵਾਰ ਦਾ ਹਿੱਸਾ ਵੀ ਸੀਗਾ। ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਵਾਂਗਾ ਪਰ ਉਸ ਟਾਈਮ ਦੇ ਸਭ ਤੋਂ ਤਾਕਤਵਰ ਪਠਾਨ ਜੋ ਕਿ ਜਵਾਕੀ ਟ੍ਰਾਈਬ ਸੀਗੀ, ਉਹਨਾਂ ਦਾ ਅੰਗਰੇਜ਼ਾਂ ਦੇ ਨਾਲ ਪੈਸਿਆਂ ਤੇ ਹੋਰ ਚੀਜ਼ਾਂ ਕਰਕੇ ਕਨਫਲਿਕਟ ਪੈਦਾ ਹੋ ਗਿਆ ਸੀਗਾ, ਜਿਹਦੇ ਕਰਕੇ ਦੋਵਾਂ ਦੇ ਵਿੱਚ ਵਾਰ ਡਿਕਲੇਅਰ ਹੋ ਗਈ ਸੀਗੀ। ਔਰ ਇਸ ਵਾਰ ਦੇ ਵਿੱਚ ਕੇਸਰ ਸਿੰਘ ਨੇ ਬਹੁਤ ਦਲੇਰੀ ਤੇ ਬਹਾਦਰੀ ਦਿਖਾਈ ਸੀ ਤੇ ਇਸ ਤੋਂ ਕੁਝ ਮਹੀਨਿਆਂ ਬਾਅਦ ਹੀ ਇਹਨਾਂ ਨੂੰ ਫਿਰ ਇੱਕ ਹੋਰ ਮੈਡਲ ਤੇ 2 ਕਲਾਸ ਮਿਲਦੇ ਆ ਸੈਕੰਡ ਐਂਗਲੋ ਅਫਗਨ ਵਾਰ ਦੇ ਵਿੱਚ ਹੈਲਪ ਕਰਨ ਦੇ ਲਈ, ਜਿਹਦੇ ਕਰਕੇ ਇਹਨਾਂ ਦੀ ਬਹੁਤ ਚਰਚਾ ਵੀ ਹੋਈ ਔਰ ਬ੍ਰਿਟਿਸ਼ ਆਰਮੀ ਦੇ ਕਮਾਂਡਰ ਇਨ ਚੀਫ ਲਾਰਡ ਰਾਬਰਟਸ ਨੇ ਇਹਨਾਂ ਨੂੰ ਖੁਦ ਆਰਡਰ ਆਫ ਮੈਰਿਟ ਤੇ ਸਪੈਸ਼ਲ ਸਰਟੀਫਿਕੇਟ ਵੀ ਦਿੱਤਾ ਇਹਨਾਂ ਦੀ ਬਹਾਦਰੀ ਕਰਕੇ। ਕੇਸਰ ਸਿੰਘ ਦੀ ਲੈਗੇਸੀ ਇੰਨੀ ਜ਼ਬਰਦਸਤ ਹੈ ਕਿ 2015 ਦੇ ਵਿੱਚ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅਨਾਉਂਸ ਕੀਤਾ 1874 ਦਾ ਰੈੱਡ ਇਨਸਾਈਨ ਫਲੈਗ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਬਿਲਡਿੰਗਸ ਦੇ ਵਿੱਚ ਪਰਮਨੈਂਟਲੀ ਸਟੋਰ ਕੀਤਾ ਜਾਏਗਾ ਕੇਸਰ ਸਿੰਘ ਨੂੰ ਸਮਰਪਿਤ ਕਰਦੇ ਹੋਇਆ, ਕਿਉਂਕਿ ਸੇਮ ਝੰਡਾ ਉਦੋਂ ਵੀ ਲਹਿਰਾਇਆ ਗਿਆ ਸੀ ਜਦੋਂ ਕੇਸਰ ਸਿੰਘ ਨੇ ਕੈਨੇਡਾ ਵਿਜ਼ਿਟ ਕੀਤਾ ਸੀਗਾ। ਕੇਸਰ ਸਿੰਘ ਆਪਣੀ ਕੈਵਲਰੀ ਦੇ ਹੋਰ ਕਈ ਸਿੱਖ ਅਫਸਰਾਂ ਦੇ ਨਾਲ ਕੈਨੇਡਾ ਆਏ ਤੇ ਸੈਟਲ ਵੀ ਹੋਏ। ਇੱਥੇ ਇਹਨਾਂ ਸਿੱਖਾਂ ਨੂੰ ਕੈਨੇਡੀਅਨ ਪੈਸੀਫਿਕ ਰੇਲਵੇ ਦੇ ਵਿੱਚ ਪਟਰੀਆਂ ਲਾਉਣੀਆਂ, ਲੱਕੜ ਦੇ ਆਰੇ ਜਾਂ ਫਿਰ ਖਦਾਨਾਂ ਵਿੱਚ ਵੀ ਕੰਮ ਮਿਲਿਆ। ਕੇਸਰ ਸਿੰਘ ਆਪਣੀ ਸਿੱਖ ਰੈਜੀਮੈਂਟ ਨੂੰ ਲੈ ਕੇ ਹਾਂਗਕਾਂਗ ਵਿੱਚ ਪਹੁੰਚਦੇ ਨੇ। ਉੱਥੇ ਦੀ ਹਾਂਗਕਾਂਗ ਰੈਜੀਮੈਂਟ ਜਿਹਦੇ ਵਿੱਚ ਜੈਪਨੀਜ਼ ਤੇ ਚਾਈਨੀਜ਼ ਸੋਲਜਰਸ ਵੀ ਸੀ, ਉਹਨਾਂ ਦੇ ਨਾਲ ਰਲ ਕੇ ਇੰਗਲੈਂਡ ਨੂੰ ਰਵਾਨਾ ਹੁੰਦੇ ਨੇ ਔਰ ਇਹ ਸਾਰਾ ਸਫ਼ਰ ਐਂਪਰੈਸ ਆਫ ਇੰਡੀਆ ਜਹਾਜ਼ ਵਿੱਚ ਤੈਅ ਕੀਤਾ ਜਾਂਦਾ ਹੈ। ਮਈ 1897 ਨੂੰ ਇਹ ਸਾਰਾ ਟਰੁੱਪ ਇੰਗਲੈਂਡ ਵਿੱਚ ਪਹੁੰਚਦਾ ਹੈ ਕਿਉਂਕਿ ਇਸ ਤੋਂ ਅਗਲੇ ਮਹੀਨੇ ਕੁਈਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਦੀ ਬਹੁਤ ਵੱਡੇ ਸਕੇਲ ਤੇ ਸੈਲੀਬ੍ਰੇਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਨੇ, ਜਿਹਦੇ ਵਿੱਚ ਬ੍ਰਿਟਿਸ਼ ਕਿੰਗਡਮ ਦੀ ਬਹੁਤ ਸਾਰੀ ਆਰਮੀ ਦੀ ਰੈਜੀਮੈਂਟਸ ਵੀ ਹਿੱਸਾ ਲੈਂਦੀਆਂ ਨੇ। ਔਰ ਇਹਨਾਂ ਜੈਪਨੀਜ਼ ਤੇ ਚਾਈਨੀਜ਼ ਸੋਲਜਰਸ ਕੋਲੋਂ ਇਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੈਨੇਡਾ ਵੀ ਇੱਕ ਬ੍ਰਿਟਿਸ਼ ਕਾਲੋਨੀ ਹੈ ਜੋ ਕਿ ਬਹੁਤ ਤੇਜ਼ੀ ਨਾਲ ਗਰੋ ਕਰ ਰਹੀ ਹੈ ਔਰ ਉੱਥੇ ਲੇਬਰਰਸ ਦੀ ਵੀ ਬਹੁਤ ਵੱਡੀ ਸ਼ੋਰਟੇਜ ਹੈ ਔਰ ਕਾਫੀ ਅਰਸੇ ਤੋਂ ਜੈਪਨੀਜ਼ ਤੇ ਚਾਈਨੀਜ਼ ਵਰਕਰਸ ਉੱਥੇ ਕੰਮ ਵੀ ਕਰ ਰਹੇ ਨੇ। ਔਰ ਇਸ ਡਾਇਮੰਡ ਜੁਬਲੀ ਦੀ ਸੈਲੀਬ੍ਰੇਸ਼ਨ ਤੋਂ ਬਾਅਦ ਕੇਸਰ ਸਿੰਘ ਦੀ ਸਿੱਖ ਰੈਜੀਮੈਂਟ ਨੂੰ ਵੀ ਮੌਕਾ ਮਿਲਦਾ ਹੈ ਕਿ ਉਹ ਕੈਨੇਡਾ ਵਿਜ਼ਿਟ ਕਰ ਸਕਣ ਔਰ ਜਿਹੜੀਆਂ ਵੀ ਕਹਾਣੀਆਂ ਇਹਨਾਂ ਨੇ ਸੁਣੀਆਂ ਹੁੰਦੀਆਂ ਨੇ ਇਹ ਸਾਰੀਆਂ ਉਹਨਾਂ ਨੇ ਫਰਸਟ ਹੈਂਡ ਐਕਸਪੀਰੀਅੰਸ ਕੀਤੀ। ਉਹ ਜਾ ਕੇ ਦੇਖਦੇ ਨੇ ਕਿ ਕੈਨੇਡਾ ਵਾਕਈ ਹੀ ਬਹੁਤ ਤੇਜ਼ੀ ਨਾਲ ਗਰੋ ਕਰ ਰਿਹਾ ਔਰ ਇੱਥੇ ਰੇਲਵੇਜ਼, ਖਦਾਨਾਂ ਦੇ ਵਿੱਚ, ਐਗਰੀਕਲਚਰਲ ਫਾਰਮਸ ਜਾਂ ਲੱਕੜ ਦੇ ਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਲੇਬਰਰਸ ਦੀ ਸ਼ੋਰਟੇਜ ਹੈ ਔਰ ਇਹਨਾਂ ਸਿੱਖਾਂ ਨੂੰ ਉੱਥੇ ਜਾ ਕੇ ਜੌਬਸ ਵੀ ਮਿਲੀਆਂ ਕਿਉਂਕਿ ਉਸ ਟਾਈਮ ਜ਼ਿਆਦਾਤਰ ਵਰਕਰਸ ਗੋਰੇ ਸੀਗੇ ਤੇ ਉਹਨਾਂ ਦੀ ਤਨਖਾਹਾਂ ਵੀ ਬਹੁਤ ਵਧੀਆ ਹੁੰਦੀਆਂ ਸੀਗੀਆਂ, ਜਿਹਦੇ ਕਰਕੇ ਇਹਨਾਂ ਇਮੀਗ੍ਰੈਂਟਸ ਨੂੰ ਵੀ ਕਾਫੀ ਬੈਨੀਫਿਟ ਹੋਇਆ। ਇਹਨਾਂ ਸਿੱਖਾਂ ਦੇ ਉਹਨਾਂ ਗੋਰਿਆਂ ਜਿੰਨੇ ਤਨਖਾਹਾਂ ਤਾਂ ਨਹੀਂ ਸੀਗੀਆਂ ਪਰ ਇਹਨਾਂ ਜ਼ਰੂਰ ਸਰ ਜਾਂਦਾ ਸੀਗਾ ਆਪਣਾ ਖਰਚਾ ਕੱਢ ਕੇ ਵਾਪਸ ਇੰਡੀਆ ਨੂੰ ਪੈਸੇ ਭੇਜ ਸਕਣ ਤੇ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਣ। ਔਰ ਇਹਨਾਂ ਸਿੱਖਾਂ ਨੂੰ ਮੌਕਾ ਲੱਗਦਾ ਪੰਜਾਬ ਦੇ ਵਿੱਚ ਕੈਨੇਡਾ ਬਾਰੇ ਖੂਬ ਪ੍ਰਚਾਰ ਕੀਤਾ ਕਿ ਇੱਥੇ ਬਹੁਤ ਲੋੜ ਆ ਤੇ ਇਹਨਾਂ ਦੇ ਸਾਰੇ ਐਕਸਪੀਰੀਐਂਸਸ ਸ਼ੇਅਰ ਕੀਤੇ, ਜਿਹਦੇ ਕਰਕੇ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਪੈਦਾ ਹੋਇਆ ਤੇ ਇਨਫਲੂਐਂਸ ਵੀ ਹੋਏ ਕੈਨੇਡਾ ਆਉਣ ਦੇ ਲਈ। ਔਰ ਇਹ ਤੋਂ ਕੁਝ ਸਾਲ ਬਾਅਦ 1902 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਤੋਂ ਇਲਾਵਾ ਗੋਲਡਨ ਸ਼ਹਿਰ ਦੇ ਵਿੱਚ ਵੀ ਕੁਝ ਸਿੱਖ ਸੈਟਲਰਸ ਆਏ ਤੇ ਉੱਥੇ ਵਸੇ ਵੀ। ਇਹਨਾਂ ਸਿੱਖਾਂ ਦੇ ਵਿੱਚ ਮੇਨ ਥੀਮ ਇਹੀ ਸੀਗੀ ਕਿ ਕੈਨੇਡਾ ਪਹੁੰਚ ਕੇ ਸਭ ਤੋਂ ਪਹਿਲਾਂ ਐਗਰੀਕਲਚਰ ਜਾਂ ਫੋਰੈਸਟਰੀ ਸੈਕਟਰ ਦੇ ਵਿੱਚ ਜੌਬਸ ਲੱਭਣੀਆਂ ਨੇ।
ਔਰ ਜਿਸ ਕਰਕੇ ਸਿੱਖ ਬਹੁਤ ਜ਼ਿਆਦਾ ਮਸ਼ਹੂਰ ਵੀ ਹੋਏ ਕਿ ਇਹਨਾਂ ਸੈਕਟਰਸ ਦੇ ਵਿੱਚ ਇਹ ਬਹੁਤ ਵਧੀਆ ਕੰਮ ਵੀ ਕਰਦੇ ਨੇ। ਔਰ 1904 ਦੇ ਵਿੱਚ ਭਾਈ ਮਾਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਪਹਿਲੀ ਵਾਰੀ ਕੈਨੇਡਾ ਵਿੱਚ ਲਿਆਂਦਾ। ਔਰ ਇਸ ਤੋਂ ਬਾਅਦ ਗੋਲਡਨ ਸ਼ਹਿਰ ਦੀਆਂ ਸਿੱਖ ਸੰਗਤਾਂ ਨੇ ਇੱਕ ਬਹੁਤ ਵੱਡਾ ਇਤਿਹਾਸ ਰਚਿਆ, ਕਿਉਂਕਿ 1905 ਦੇ ਵਿੱਚ ਇੱਥੇ ਦੀਆਂ ਸੰਗਤਾਂ ਨੇ ਸਭ ਤੋਂ ਪਹਿਲਾ ਗੁਰੂ ਘਰ ਸਟੈਬਲਿਸ਼ ਕੀਤਾ, ਜੋ ਕਿ ਸਿਰਫ ਕੈਨੇਡਾ ਹੀ ਨਹੀਂ ਬਲਕਿ ਪੂਰੇ ਨਾਰਥ ਅਮਰੀਕਾ ਦਾ ਸਭ ਤੋਂ ਪਹਿਲਾ ਗੁਰੂ ਘਰ ਸੀਗਾ। ਪਰ ਅਫਸੋਸ 1926 ਦੇ ਵਿੱਚ ਇਸ ਇਮਾਰਤ ਨੂੰ ਅੱਗ ਲੱਗਣ ਕਾਰਨ ਇਹ ਤਬਾਹ ਹੋ ਜਾਂਦੀ ਹੈ। ਗੋਲਡਨ ਸ਼ਹਿਰ ਦੇ ਗੁਰੂ ਘਰ ਤੋਂ ਬਾਅਦ 1908 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਨੇ ਕਿਟਸਿਲਾ ਨੂੰ ਵੈਨਕੂਵਰ ਦੇ ਵਿੱਚ ਦੂਸਰਾ ਗੁਰੂ ਘਰ ਬਣਾਇਆ, ਜਿਹਦੇ ਕਰਕੇ ਆਲੇ ਦੁਆਲੇ ਦੇ ਏਰੀਆਜ਼ ਦੇ ਵਿੱਚ ਸਿੱਖ ਤੇ ਗੈਰ ਸਿੱਖਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ, ਕਿਉਂਕਿ ਸਾਰਿਆਂ ਨੂੰ ਬਗਾਨੇ ਮੁਲਕ ਦੇ ਵਿੱਚ ਇੱਕ ਬਹੁਤ ਵੱਡੀ ਸਪੋਰਟ ਮਿਲ ਗਈ ਸੀਗੀ, ਜਿੱਥੇ ਇੱਕ ਦੂਜੇ ਨੂੰ ਮਿਲ ਸਕਦੇ ਸੀ, ਸੁੱਖ ਦੁੱਖ ਕਰ ਸਕਦੇ ਸੀ ਤੇ ਆਪਣੇ ਕਲਚਰ ਦੇ ਨਾਲ ਵਾਪਸ ਜੁੜ ਸਕਦੇ ਸੀਗੇ। ਔਰ ਇਹਨਾਂ ਸਾਰੀਆਂ ਵਧੀਆ ਚੀਜ਼ਾਂ ਦਾ ਕ੍ਰੈਡਿਟ ਮੈਂ ਪਰਸਨਲੀ ਖਾਲਸਾ ਦੀਵਾਨ ਸੁਸਾਇਟੀ ਨੂੰ ਦੇਣਾ ਚਾਹਾਂਗਾ। 1901 ਦੀ ਗੱਲ ਹੈ, ਸ਼੍ਰੀ ਗੁਰੂ ਸਿੰਘ ਸਭਾ ਨੇ ਹਾਂਗਕਾਂਗ ਦੇ ਵਿੱਚ ਸਭ ਤੋਂ ਪਹਿਲਾ ਗੁਰੂ ਘਰ ਬਣਵਾਇਆ ਸੀਗਾ, ਔਰ ਇਸ ਦੀ ਵੀ ਸੇਵਾ ਤੇ ਮੈਨੇਜਮੈਂਟ ਦੀ ਜ਼ਿੰਮੇਵਾਰੀ ਖਾਲਸਾ ਦੀਵਾਨ ਸੁਸਾਇਟੀ ਨੇ ਲਿੱਤੀ ਸੀ। ਔਰ ਹਾਂਗਕਾਂਗ ਦੇ ਇਸ ਗੁਰਦੁਆਰੇ ਤੋਂ ਇਨਸਪਾਇਰ ਹੋ ਕੇ 1908 ਕਿਟਸਿਲਾਨੋ ਵੈਨਕੂਵਰ ਦਾ ਗੁਰਸਿੱਖ ਟੈਂਪਲ ਵੀ ਖਾਲਸਾ ਦੀਵਾਨ ਸੁਸਾਇਟੀ ਨੇ ਬਣਾਇਆ ਸੀਗਾ। ਔਰ ਤੁਸੀਂ ਆਪਣੀ ਸਕਰੀਨ ਵਿੱਚ ਦੇਖ ਸਕਦੇ ਹੋ ਕਿ ਛੱਤ ਨੂੰ ਛੱਡ ਕੇ ਬਾਕੀ ਸਾਰੀ ਇਮਾਰਤ ਕਾਫੀ ਸਿਮਿਲਰ ਲੱਗ ਰਹੀ ਹੈ। ਖਾਲਸਾ ਦੀਵਾਨ ਸੁਸਾਇਟੀ ਨੇ ਕੈਨੇਡਾ ਦੇ ਨਾਲ ਅਮਰੀਕਾ 'ਚ ਵੀ ਬਹੁਤ ਸਾਰੀ ਸੇਵਾ ਨਿਭਾਈ ਹੈ। ਔਰ ਕੈਨੇਡਾ 'ਚ 1900s ਦੇ ਵਿੱਚ ਜਿੰਨੇ ਵੀ ਗੁਰਦੁਆਰੇ ਲਗਾਤਾਰ ਬਣਦੇ ਰਹੇ ਨੇ, ਉਹ ਖਾਲਸਾ ਦੀਵਾਨ ਸੁਸਾਇਟੀ ਦੀ ਹੱਲਾਸ਼ੇਰੀ ਨਾਲ ਹੀ ਬਣੇ। ਵੈਸੇ ਤਾਂ ਸਿੱਖ ਗੁਰੂ ਬਿਨਾਂ ਕਦੇ ਵੀ ਨਹੀਂ ਰਹਿ ਸਕਦਾ, ਇਸ ਗੱਲ ਦਾ ਸਬੂਤ ਸਾਨੂੰ ਗੁਰੂ ਸਾਹਿਬਾਨ ਦੀ ਸਾਖੀਆਂ ਤੋਂ ਔਰ ਸਿੱਖ ਰੈਜੀਮੈਂਟ ਤੋਂ ਵੀ ਮਿਲਦੀ ਹੈ। ਸਿੱਖ ਰੈਜੀਮੈਂਟ ਕਦੇ ਵੀ ਵਾਰ 'ਚ ਜਾਂਦੀ ਹੈ ਤੇ ਹਮੇਸ਼ਾ ਗੁਰੂ ਸਾਹਿਬ ਜੀ ਦਾ ਸਰੂਪ ਨਾਲ ਲੈ ਕੇ ਹੀ ਜਾਂਦੀ ਹੈ। ਪਰ 1907 ਦੇ ਵਿੱਚ ਇੱਕ ਐਸਾ ਇਨਸੀਡੈਂਟ ਹੋਇਆ ਜਿਨ੍ਹਾਂ ਸਿੱਖਾਂ ਨੂੰ ਹੋਰ ਪ੍ਰੇਰਿਤ ਕੀਤਾ ਕਿ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਗੁਰੂ ਘਰ ਤੇ ਆਪਣੀਆਂ ਥਾਵਾਂ ਚਾਹੀਦੀਆਂ ਨੇ। 1907 ਦੇ ਵਿੱਚ ਇੱਕ ਸਿੱਖ ਦੀ ਪਹਿਲੀ ਵਾਰੀ ਕੈਨੇਡਾ ਵਿੱਚ ਮੌਤ ਹੋਈ, ਔਰ ਜਦੋਂ ਸਿੱਖਾਂ ਨੇ ਇਹਨਾਂ ਦਾ ਅੰਤਿਮ ਸੰਸਕਾਰ ਕਰਨਾ ਚਾਹਿਆ, ਕੈਨੇਡਾ ਦੀ ਵੈਨਕੂਵਰ ਦੀ ਸਰਕਾਰ ਨੇ ਇਹਨਾਂ ਨੂੰ ਸਾਫ਼ ਮਨਾ ਕਰਤਾ ਕਿ ਵੈਨਕੂਵਰ ਦੇ ਇਲਾਕੇ ਦੇ ਵਿੱਚ ਕਿਤੇ ਵੀ ਇਹਨਾਂ ਨੇ ਸੰਸਕਾਰ ਨਹੀਂ ਕਰਨਾ, ਔਰ ਨਾ ਹੀ ਕਿਸੇ ਕਬਰਿਸਤਾਨ ਵਿੱਚ ਜਿੱਥੇ ਇੱਕ ਅੰਗਰੇਜ਼ ਦੀ ਮੜੀ ਹੋਏਗੀ ਉੱਥੇ ਵੀ ਨਹੀਂ ਦਫਨਾ ਸਕਦੇ। ਜਿਹਦੇ ਕਰਕੇ ਇਹਨਾਂ ਸਿੱਖਾਂ ਨੇ ਵੈਨਕੂਵਰ ਦੇ ਇਲਾਕੇ ਤੋਂ ਕਾਫੀ ਦੂਰ ਜੰਗਲਾਂ ਵਿੱਚ ਬਾਹਰ ਜਾ ਕੇ ਅੱਧ ਰਾਤੀ ਇਹਨਾਂ ਦਾ ਸੰਸਕਾਰ ਕੀਤਾ। ਇਸ ਗੱਲ ਦੀ ਸਿੱਖਾਂ ਦੇ ਮਨ ਵਿੱਚ ਭਾਰੀ ਠੇਸ ਵੱਜੀ ਤੇ ਬਲਕਿ ਇਨਸਪਾਇਰ ਵੀ ਹੋਏ ਕਿ ਸਿੱਖਾਂ ਨੂੰ ਆਪਣੇ ਗੁਰੂ ਘਰ ਤੇ ਆਪਣੀਆਂ ਜ਼ਮੀਨਾਂ ਜ਼ਰੂਰੀ ਚਾਹੀਦੀ ਹੈ। ਪਰ ਇਹਨਾਂ ਗੁਰੂ ਘਰਾਂ ਦੀ ਐਸਟੈਬਲਿਸ਼ਮੈਂਟ ਇੰਨੀ ਆਸਾਨੀ ਨਾਲ ਨਹੀਂ ਹੋਈ। ਹੁਣ ਤੁਸੀਂ ਆਪਣੀ ਸਕਰੀਨ ਵਿੱਚ ਵੀ ਦੇਖ ਸਕਦੇ ਹੋ ਇਸ ਪਿਕਚਰ ਦੇ ਵਿੱਚ ਕਿਵੇਂ ਅੰਗਰੇਜ਼ ਬਿਨਾਂ ਸਿਰ ਟੱਕੇ ਗੁਰੂ ਘਰਾਂ ਦੇ ਵਿੱਚ ਜਾਂਦੇ ਸੀਗੇ, ਔਰ ਇਹਨਾਂ ਦੇ ਵੀ ਕਈ ਮਜਬੂਰੀਆਂ ਰਹਿੰਦੀਆਂ ਸੀ ਕਿ ਉਹਨਾਂ ਨੂੰ ਜਾਣਾ ਪੈਂਦਾ ਸੀਗਾ, ਕਿਉਂਕਿ ਪੋਲੀਟੀਸ਼ੀਅਨਸ ਨੂੰ ਆਪਣੀ ਵੋਟਾਂ ਵੀ ਚਾਹੀਦੀਆਂ ਨੇ। ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਨੇਡੀਅਨ ਪੋਲੀਟੀਸ਼ੀਅਨਸ ਕੁੜਤੇ ਪਜਾਮੇ ਪਾ ਕੇ, ਸਲਵਾਰ ਸੂਟ ਪਾ ਕੇ ਗੁਰੂ ਘਰਾਂ ਦੇ ਵਿੱਚ ਸੇਵਾ ਵੀ ਕਰਦੇ ਨੇ ਤਾਂ ਕਿ ਕਮਿਊਨਿਟੀ ਦਾ ਟਰਸਟ ਜਿੱਤਿਆ ਜਾ ਸਕੇ। ਸੋ ਇਹ ਹਵਾ ਜ਼ਰੂਰ ਬਦਲੀ ਹੈ, ਪਰ ਜਦੋਂ ਹਵਾ ਸਾਡੇ ਵੱਲ ਦੀ ਨਹੀਂ ਸੀਗੀ ਉਸ ਟਾਈਮ ਸਿੱਖਾਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਆਪਣੀ ਗੱਲਾਂ ਨੂੰ ਮਨਵਾਉਣ ਲਈ ਜਾਂ ਆਪਣੇ ਕਲਚਰ ਟ੍ਰੈਡੀਸ਼ਨ ਦੇ ਨਾਲ ਜੁੜੇ ਰਹਿਣ ਲਈ ਵੀ। ਔਰ ਇਸ ਸੰਘਰਸ਼ ਦੇ ਵਿੱਚ ਇਹਨਾਂ ਨੂੰ ਕੀ ਕੁਝ ਗਵਾਉਣਾ ਵੀ ਪਿਆ, ਇਹਦੇ ਬਾਰੇ ਵੀ ਅੱਗੇ ਜਾ ਕੇ ਗੱਲ ਕਰਾਂਗੇ। ਇਹਨਾਂ ਗੁਰੂ ਘਰਾਂ ਦੇ ਕਰਕੇ ਨਵੇਂ ਇਮੀਗ੍ਰੈਂਟਸ ਨੂੰ ਵੀ ਬਹੁਤ ਵੱਡੀ ਸਪੋਰਟ ਮਿਲਦੀ ਸੀਗੀ। ਜਦੋਂ ਵੀ ਕੋਈ ਨਵਾਂ ਇਮੀਗ੍ਰੈਂਟ ਆਉਂਦਾ ਸੀਗਾ, ਗੁਰੂ ਘਰ ਉਹਨਾਂ ਨੂੰ ਸਾਂਭ ਲੈਂਦੇ ਸੀਗੇ, ਉਹਨਾਂ ਦੀ ਰਹਿਣ ਦੀ ਵਿਵਸਥਾ ਜਾਂ ਫਿਰ ਖਾਣ ਪੀਣ ਦੀ ਜਾਂ ਫਿਰ ਜੌਬ ਤੱਕ ਦੀ ਵਿਵਸਥਾ ਗੁਰੂ ਘਰ ਕਰਵਾ ਦਿੰਦੇ ਸੀਗੇ, ਭਾਵੇਂ ਉਹ ਸਿੱਖ ਹੋਵੇ ਜਾਂ ਗੈਰ ਸਿੱਖ ਹੋਵੇ। ਇਸ ਗੱਲ ਦਾ ਸਬੂਤ ਸਾਨੂੰ ਵੈਨਕੂਵਰ ਹੈਰੀਟੇਜ ਫਾਊਂਡੇਸ਼ਨ ਤੋਂ ਵੀ ਮਿਲਦਾ ਹੈ, ਕਿਉਂਕਿ ਗੁਰੂ ਘਰਾਂ ਦੇ ਵਿੱਚ ਸਿਰਫ ਲੋਕ ਭਗਤੀ ਕਰਨ ਨਹੀਂ ਜਾ ਰਹੇ ਸੀਗੇ, ਹੋਰ ਵੀ ਕਈ ਮੀਟਿੰਗਸ ਆਰਗੇਨਾਈਜ਼ ਕੀਤੀਆਂ ਜਾਂਦੀਆਂ ਸੀ ਤੇ ਕਈ ਵੱਡੇ ਮੁੱਦੇ ਵੀ ਇੱਥੇ ਡਿਸਕਸ ਕੀਤੇ ਜਾਂਦੇ ਸੀ, ਭਾਵੇਂ ਉਹ ਕੈਨੇਡਾ ਦੇ ਹੋਣ ਜਾਂ ਫਿਰ ਇੰਡੀਆ ਦੇ ਹੀ ਹੋਣ। ਇਹ ਗੁਰੂ ਘਰ ਇੱਕ ਇੰਟਰ ਰਿਲੀਜੀਅਸ ਸਪੌਟ ਬਣ ਗਿਆ ਸੀ, ਜਿੱਥੇ ਸਿਰਫ ਸਿੱਖਾਂ ਤੋਂ ਇਲਾਵਾ ਹੋਰ ਕਈ ਕਮਿਊਨਿਟੀਜ਼ ਵੀ ਆਉਂਦੀਆਂ ਸੀਗੀਆਂ ਤੇ ਕਈ ਮੁੱਦੇ ਡਿਸਕਸ ਕੀਤੇ ਜਾਂਦੇ ਸੀਗੇ। ਇਸ ਗੁਰੂ ਘਰ ਦੀ ਸੁਸਾਇਟੀ ਦੇ ਇੰਨੇ ਜ਼ਿਆਦਾ ਚਰਚੇ ਸੀ, ਜਵਾਹਰ ਲਾਲ ਨਹਿਰੂ ਵਰਗਿਆਂ ਲਈ ਵੀ ਇੱਕ ਕਾਮਨ ਵਿਜ਼ਿਟਿੰਗ ਸਪੌਟ ਬਣ ਗਿਆ ਸੀ ਤੇ ਉਹਨਾਂ ਨੇ ਆਪਣੀ ਧੀ ਇੰਦਰਾ ਗਾਂਧੀ ਦੇ ਨਾਲ ਵੀ ਇਸ ਗੁਰਦੁਆਰੇ ਨੂੰ ਵਿਜ਼ਿਟ ਕੀਤਾ ਸੀ। ਅੱਗੇ ਜਾ ਕੇ 1970 ਦੇ ਵਿੱਚ ਇਸ ਗੁਰਦੁਆਰੇ ਦੀ ਇਮਾਰਤ ਨੂੰ ਵੇਚ ਦਿੱਤਾ ਜਾਂਦਾ ਤਾਂ ਕਿ ਵੱਡੇ ਏਰੀਆ ਦੇ ਵਿੱਚ ਗੁਰੂ ਘਰ ਬਣਾਇਆ ਜਾ ਸਕੇ ਔਰ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਨੂੰ ਸਪੋਰਟ ਕੀਤਾ ਜਾ ਸਕੇ। ਅੱਜ ਇਸ ਗੁਰੂ ਘਰ ਨੂੰ ਇੱਕ ਅਪਾਰਟਮੈਂਟ ਬਿਲਡਿੰਗ ਦੇ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ, ਪਰ ਉੱਥੇ ਹਲੇ ਵੀ ਇੱਕ ਆਰਟਵਰਕ ਬਣੀ ਹੋਈ ਹੈ ਤਾਂ ਕਿ ਉਹਦੇ ਇਤਿਹਾਸ ਨੂੰ ਦਰਸਾਇਆ ਜਾ ਸਕੇ। ਇਸ ਤੋਂ ਬਾਅਦ ਸਿੱਖਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕੇ ਦੇ ਵਿੱਚ ਵੀ ਗੁਰਦੁਆਰੇ ਬਣਾਏ, ਜਿਵੇਂ ਕਿ ਐਬਟਸਫੋਰਡ, ਵਿਕਟੋਰੀਆ, ਫਰੇਜ਼ਰ ਮਿਲਸ, ਕੁਈਨਸਬੋਰੋ ਤੇ ਵੈਨਕੂਵਰ ਆਈਲੈਂਡ, ਜਿਹਦੇ ਕਰਕੇ ਸਿੱਖ ਇਹਨਾਂ ਏਰੀਆਜ਼ ਦੇ ਵਿੱਚ ਵੀ ਫੈਲਦੇ ਰਹੇ ਔਰ ਕਾਫੀ ਸਟਰੋਂਗ ਵੀ ਹੋ ਗਏ। 1906 ਦੇ ਵਿੱਚ ਤਕਰੀਬਨ 5000 ਇੰਡੀਅਨ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਸੀਗੇ, ਜਿਹਦੇ ਵਿੱਚ ਜ਼ਿਆਦਾਤਰ ਸਿੱਖ ਸੀਗੇ। ਪਰ ਕੈਨੇਡੀਅਨਸ ਨੂੰ ਉਸ ਟਾਈਮ ਇਹੀ ਲੱਗਦਾ ਸੀ ਜੋ ਵੀ ਇੰਡੀਆ ਤੋਂ ਆਉਂਦਾ ਆ ਉਹ ਸਾਰੇ ਹਿੰਦੂ ਹੁੰਦੇ ਨੇ, ਜਿਹਦੇ ਕਰਕੇ ਲੋਕਲ ਮੀਡੀਆ ਵੀ ਇਹਨਾਂ ਸਿੱਖਾਂ ਨੂੰ ਐਜ਼ ਅ ਹਿੰਦੂ ਐਡਰੈਸ ਕਰਦੀ ਸੀ। ਪਰ ਸਮੇਂ ਦੇ ਨਾਲ ਨਾਲ ਲੋਕ ਐਜੂਕੇਟ ਹੋਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਸਿੱਖ ਇੱਕ ਵੱਖਰੀ ਕੌਮ ਹੈ। ਸਿੱਖਾਂ ਤੋਂ ਵੀ ਪਹਿਲਾਂ ਭਾਰੀ ਗਿਣਤੀ ਦੇ ਵਿੱਚ ਚਾਈਨੀਜ਼ ਤੇ ਜੈਪਨੀਜ਼ ਵਰਕਰਸ ਆਲਰੇਡੀ ਕੈਨੇਡਾ ਦੇ ਵਿੱਚ ਐਜ਼ ਲੇਬਰਰਸ ਕੰਮ ਕਰ ਰਹੇ ਸੀਗੇ। ਹਰ ਕਮਿਊਨਿਟੀ ਦੀ ਵੱਖਰੀ ਸਟਰੈਂਥ ਹੈ, ਜਿਹਦੇ ਬੇਸ ਤੇ ਉਹਨਾਂ ਨੂੰ ਜੌਬਸ ਮਿਲਦੀਆਂ ਸੀਗੀਆਂ, ਜਿਵੇਂ ਚਾਈਨੀਜ਼ ਨੂੰ ਰੇਲਵੇਜ਼ ਦੇ ਵਿੱਚ, ਜੈਪਨੀਜ਼ ਨੂੰ ਫਿਸ਼ਰੀਜ਼ ਦੇ ਵਿੱਚ ਕਿ ਉਹਨਾਂ ਨੇ ਮੱਛੀਆਂ ਵਗੈਰਾ ਫੜਨੀਆਂ ਨੇ ਸਮੁੰਦਰਾਂ ਦੇ ਵਿੱਚ, ਤੇ ਸਿੱਖਾਂ ਨੂੰ ਖੇਤੀਬਾੜੀ ਜਾਂ ਲੱਕੜ ਦੇ ਆਰਿਆਂ ਦੇ ਵਿੱਚ।
ਚਾਈਨੀਜ਼ ਤੇ ਜੈਪਨੀਜ਼ ਵਰਕਰਸ ਅੰਗਰੇਜ਼ ਵਰਕਰਸ ਨਾਲੋਂ ਕਾਫੀ ਘੱਟ ਪੈਸਿਆਂ 'ਚ ਕੰਮ ਕਰ ਰਹੇ ਸੀ, ਜਿਹਦੇ ਕਰਕੇ ਅੰਗਰੇਜ਼ ਵਰਕਰਸ ਇਹਨਾਂ ਤੋਂ ਬਹੁਤ ਜ਼ਿਆਦਾ ਨਾਰਾਜ਼ ਸੀਗੇ, ਕਿਉਂਕਿ ਜਿਹੜੇ ਬਿਜ਼ਨਸਮੈਨ ਜਾਂ EMPLOYERS ਵੀ ਸੀਗੇ ਉਹ ਚਾਈਨੀਜ਼ ਤੇ ਜੈਪਨੀਜ਼ ਵਰਕਰਸ ਨੂੰ ਪ੍ਰੈਫਰ ਕਰਦੇ ਸੀ, ਕਿਉਂਕਿ ਘੱਟ ਪੈਸੇ 'ਚ ਜ਼ਿਆਦਾ ਕੰਮ ਨਿਕਲ ਜਾਂਦਾ ਸੀਗਾ। ਔਰ ਇਸੇ ਕਰਕੇ ਜ਼ਿਆਦਾਤਰ ਕੰਮ ਚਾਈਨੀਜ਼ ਤੇ ਜੈਪਨੀਜ਼ ਵਰਕਰਸ ਨੂੰ ਮਿਲਣਾ ਸ਼ੁਰੂ ਹੋ ਗਿਆ, ਜਿਹਦੇ ਕਰਕੇ ਅੰਗਰੇਜ਼ ਵਰਕਰਸ, ਮਿਸ਼ਨਰੀਜ਼, ਯੂਨੀਅਨਸ ਤੇ ਪ੍ਰੈਸ ਵੀ ਇਹਨਾਂ ਚਾਈਨੀਜ਼ ਤੇ ਜੈਪਨੀਜ਼ ਵਰਕਰਸ ਦੇ ਖਿਲਾਫ ਹੋ ਗਏ। ਔਰ ਪੋਲੀਟੀਸ਼ੀਅਨਸ ਨੂੰ ਵੀ ਇਹਨਾਂ ਅੰਗਰੇਜ਼ਾਂ ਦਾ ਸਾਥ ਦੇਣਾ ਪਿਆ, ਕਿਉਂਕਿ VOTING ਰਾਈਟਸ ਉਸ ਟਾਈਮ ਸਿਰਫ ਇਹਨਾਂ ਅੰਗਰੇਜ਼ਾਂ ਕੋਲ ਹੀ ਸੀਗੀਆਂ। ਅੰਗਰੇਜ਼ਾਂ ਦੀ ਜੈਪਨੀਜ਼ ਤੇ ਚਾਈਨੀਜ਼ ਵਰਕਰਸ ਦੇ ਨਾਲ ਨਫ਼ਰਤ ਹੋਣ ਕਾਰਨ ਸਿੱਖਾਂ ਨੂੰ ਇੱਕ ਮੌਕਾ ਮਿਲਿਆ, ਜਿਹਦੇ ਨਾਲ ਉਹ ਵਰਕ ਫੋਰਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਸਕੇ। ਪਰ ਹੌਲੀ-ਹੌਲੀ ਅੰਗਰੇਜ਼ਾਂ ਦੀ ਇਹੀ ਨਫ਼ਰਤ ਸਿੱਖਾਂ ਵੱਲ ਵੀ ਵਧਣੀ ਸ਼ੁਰੂ ਹੋ ਗਈ। ਸਿੱਖ ਆਪਣੀ ਦਾੜੀ ਤੇ ਦਸਤਾਰ ਕਰਕੇ ਬਹੁਤ ਆਸਾਨੀ ਨਾਲ ਦੂਰੋਂ ਹੀ ਪਛਾਣਿਆ ਜਾਂਦਾ ਸੀ, ਜਿਹਦੇ ਕਰਕੇ ਉਹਨਾਂ ਤੇ ਅਟੈਕ ਵੀ ਹੁੰਦੇ ਰਹਿੰਦੇ ਸੀਗੇ। ਔਰ ਸਿੱਖਾਂ ਨੂੰ ਤੰਗ ਕਰਨ ਲਈ ਅੰਗਰੇਜ਼ਾਂ ਨੇ ਸਿੱਖਾਂ ਉੱਤੇ ਇਲਜ਼ਾਮ ਲਾਣੇ ਵੀ ਸ਼ੁਰੂ ਕਰਤੇ ਕਿ ਇਹ ਕਾਸਟ ਸਿਸਟਮ ਫੋਲੋ ਕਰਦੇ ਨੇ, ਇਹਨਾਂ ਨੂੰ ਸਾਫ਼ ਸਫਾਈ ਨਹੀਂ ਪਸੰਦ ਹੋ ਰਹੇ, ਕਾਫੀ ਬਦਬੂਦਾਰ ਨੇ। ਪਰ ਹੈਰਾਨੀ ਦੀ ਗੱਲ ਹੈ, ਪੁਰਾਣੇ ਪੰਜਾਬੀ ਜਿਹੜੇ ਕੈਨੇਡਾ ਵਿੱਚ ਵਸੇ ਹੋਏ ਨੇ ਉਹ ਇਹੀ ਗੱਲਾਂ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਵੀ ਬੋਲਦੇ ਨੇ। ਐਨੀਵੇਜ਼, ਅੰਗਰੇਜ਼ਾਂ ਨੇ ਆਪਣਾ ਰੇਸਿਜ਼ਮ ਹੋਰ ਫੈਲਾਉਣ ਲਈ ਗੀਤ ਵੀ ਕੱਢਿਆ, ਵਾਈਟ ਕੈਨੇਡਾ ਫੋਰਐਵਰ, ਜਿਹਦਾ ਇਹ ਮਤਲਬ ਹੈ ਕਿ ਕੈਨੇਡਾ ਗੋਰਿਆਂ ਦੀ ਧਰਤੀ ਹੀ ਰਹੇਗੀ। ਔਰ ਐਸੇ ਗੀਤਾਂ ਕਰਕੇ ਕੈਨੇਡਾ ਦੀ ਧਰਤੀ ਤੇ ਇੰਡੀਅਨਸ, ਚਾਈਨੀਜ਼, ਜੈਪਨੀਜ਼ ਵਰਕਰਸ ਲਈ ਕਾਫੀ ਨਫ਼ਰਤ ਵੱਧ ਗਈ। ਔਰ ਜਿਹਦੇ ਕਰਕੇ ਸਿੱਖਾਂ ਦੀ ਇੱਕ ਨਾਉ ਜਿਹੜੀ ਵੈਨਕੂਵਰ ਆਣੀ ਸੀ, ਉਹਨੂੰ ਡਾਈਵਰਟ ਕਰਕੇ ਵਿਕਟੋਰੀਆ ਵਿੱਚ ਭੇਜਣਾ ਪਿਆ ਸੀ। 1906 ਦੇ ਵਿੱਚ ਜਦੋਂ ਸਿੱਖ ਇੰਨੀਆਂ ਸਾਰੀ ਮੁਸੀਬਤਾਂ ਨਾਲ ਜੂਝ ਰਹੇ ਸੀ, 1907 ਚੜ੍ਹਦੀ ਹੈ ਤੇ ਦੋ ਇਵੈਂਟਸ ਬਹੁਤ ਵੱਡੇ ਹੁੰਦੇ ਨੇ ਸਿੱਖ ਕਮਿਊਨਿਟੀ ਦੇ ਲਈ, ਜਿਹਦੇ ਵਿੱਚ ਸਭ ਤੋਂ ਪਹਿਲਾ ਇਵੈਂਟ ਬਕਮ ਸਿੰਘ ਪੰਜਾਬ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਂਦਾ ਹੈ। ਪੰਜਾਬੀਆਂ ਤੋਂ ਕੈਨੇਡਾ ਦੇ ਇੰਨੀ ਸਿਫਤ ਸੁਣਨ ਤੋਂ ਬਾਅਦ 14 ਸਾਲ ਦਾ ਬਕਮ ਸਿੰਘ ਤਿਆਰ ਹੋ ਜਾਂਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਣ ਲਈ। ਪਰ ਇੱਥੇ ਆ ਕੇ ਇਹਨੂੰ ਖਦਾਨ ਦੇ ਵਿੱਚ ਖੁਦਾਈ ਕਰਨ ਦੀ ਇੱਕ ਜੌਬ ਵੀ ਮਿਲਦੀ ਹੈ। ਪਰ 1907 ਦੇ ਵਿੱਚ ਅੰਗਰੇਜ਼ ਵਰਕਰਸ ਤੇ ਸਿੱਖਾਂ ਦੇ ਵਿੱਚ ਦੰਗੇ ਸ਼ੁਰੂ ਹੋ ਜਾਂਦੇ, ਜਿਹਦੇ ਬਾਰੇ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਔਰ ਇਸੇ ਕਰਕੇ ਹੀ ਬਕਮ ਸਿੰਘ ਬ੍ਰਿਟਿਸ਼ ਕੋਲੰਬੀਆ ਤੋਂ ਅੰਟਾਰੀਓ ਵਿੱਚ ਮੂਵ ਹੋ ਜਾਂਦਾ ਹੈ। ਬਕਮ ਸਿੰਘ ਉਹਨਾਂ 10 ਸਿੱਖ ਸੋਲਜਰਸ ਵਿੱਚੋਂ ਇੱਕ ਸੀਗਾ ਜਿਹਨੇ ਕੈਨੇਡੀਅਨ ਆਰਮੀ ਨੂੰ ਜੁਆਇਨ ਕੀਤਾ ਫਰਸਟ ਵਰਲਡ ਵਾਰ ਵੇਲੇ। ਬਕਮ ਸਿੰਘ 1916 ਦੀ ਬੈਟਲ ਆਫ ਫਲੈਂਡਰਸ ਵਿੱਚ 2 ਵਾਰ ਜ਼ਖਮੀ ਹੋਇਆ। ਬਕਮ ਸਿੰਘ ਆਪਣੇ ਜ਼ਖਮਾਂ ਤੋਂ ਰਿਕਵਰ ਹੋ ਹੀ ਰਿਹਾ ਸੀ, ਇਸ ਦੌਰਾਨ ਇਹਨੂੰ ਟਿਊਬਰਕਲੋਸਿਸ ਦੀ ਬਿਮਾਰੀ ਹੋ ਜਾਂਦੀ ਹੈ, ਜਿਹਦੇ ਕਰਕੇ ਇਹਨਾਂ ਨੂੰ ਇੰਗਲੈਂਡ ਤੋਂ ਵਾਪਸ ਕੈਨੇਡਾ ਵਿੱਚ ਭੇਜਿਆ ਜਾਂਦਾ ਤੇ ਇਹਨਾਂ ਦਾ ਇਲਾਜ ਵੀ ਚੱਲਦਾ ਹੈ। ਔਰ ਕੁਝ ਸਮੇਂ ਬਾਅਦ ਇਸ ਬਿਮਾਰੀ ਕਰਕੇ ਚੜ੍ਹਾਈ ਵੀ ਕਰ ਜਾਂਦੇ ਨੇ। ਬਕਮ ਸਿੰਘ ਆਪਣੇ ਮਾਪਿਆਂ ਤੇ ਆਪਣੀ ਵਾਈਫ ਨੂੰ ਕਦੇ ਵੀ ਦੁਬਾਰਾ ਨਹੀਂ ਮਿਲ ਪਾਉਂਦੇ। ਔਰ ਉਸ ਸਮੇਂ ਦੇ ਇੰਨੇ ਸਟ੍ਰਿਕਟ ਰੂਲਸ ਕਰਕੇ ਬਕਮ ਸਿੰਘ ਆਪਣੀ ਵਾਈਫ ਨੂੰ ਵੀ ਕੈਨੇਡਾ ਨਹੀਂ ਲਿਆ ਪਾਇਆ ਸੀਗਾ। ਬਕਮ ਸਿੰਘ ਇੱਕ ਲੌਤੇ ਸਿੱਖ ਆਫੀਸਰ ਨੇ ਜਿਨ੍ਹਾਂ ਦੀ ਕੈਨੇਡਾ ਵਿੱਚ ਇੱਕ ਮੜੀ ਵੀ ਬਣੀ ਹੋਈ ਹੈ ਔਰ ਜਿਨ੍ਹਾਂ ਨੂੰ ਰਿਕਗਨਾਈਜ਼ ਵੀ ਕੀਤਾ ਜਾਂਦਾ ਐਜ਼ ਅ ਕੈਨੇਡੀਅਨ ਹੀਰੋ। ਔਰ ਮੈਂ ਇਹ ਤੁਹਾਡੇ ਲਈ ਪੇਪਰ ਵੀ ਅਟੈਚ ਕਰ ਰਿਹਾ ਜਦੋਂ ਇਹਨਾਂ ਨੂੰ ਆਰਮੀ 'ਚ ਭਰਤੀ ਕੀਤਾ ਗਿਆ ਸੀਗਾ। ਔਰ ਬਕਮ ਸਿੰਘ ਦੇ ਬਾਕੀ 9 ਸਾਥੀਆਂ ਵਿੱਚੋਂ 2 ਸਾਥੀ ਯੂਰਪ ਵਿੱਚ ਹੀ ਮਾਰੇ ਗਏ ਸੀਗੇ। 1907 ਦਾ ਦੂਸਰਾ ਵੱਡਾ ਇਵੈਂਟ ਸਿੱਖਾਂ ਲਈ ਉਹੀ ਸੀਗਾ ਜਿਹਦੇ ਕਰਕੇ ਬਕਮ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਤੋਂ ਅੰਟਾਰੀਓ ਮੂਵ ਕੀਤਾ ਸੀਗਾ। ਐਂਟੀ ਓਰੀਐਂਟਲ ਰਾਇਟਸ ਆਫ 1907। ਅੰਗਰੇਜ਼ ਵਰਕਰਸ ਨੇ ਚਾਈਨੀਜ਼ ਤੇ ਜੈਪਨੀਜ਼ ਵਰਕਰਸ ਖਿਲਾਫ ਦੰਗੇ ਸ਼ੁਰੂ ਕਰਤੇ ਸੀਗੇ, ਜਿਹਦੇ ਕਰਕੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਚਾਈਨਾ ਟਾਊਨ ਤੇ ਜਾਪਾਨ ਟਾਊਨ ਦੇ ਵਿੱਚ। ਇਹ ਦੰਗੇ ਤਕਰੀਬਨ 3 ਦਿਨ ਤੱਕ ਚੱਲੇ ਔਰ ਇਹਨਾਂ ਦੰਗਿਆਂ ਦੇ ਵਿੱਚ ਅੰਗਰੇਜ਼ ਵਰਕਰਸ ਨੇ ਸਿੱਖਾਂ ਉੱਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਸਿੱਖ ਲੇਬਰਰਸ ਸਿੱਖ ਰੈਜੀਮੈਂਟ ਜਾਂ ਪੰਜਾਬ ਰੈਜੀਮੈਂਟ ਦੇ ਰਿਟਾਇਰਡ ਸਿੱਖ ਆਫੀਸਰ ਸੀਗੇ ਔਰ ਇਹਨਾਂ ਕੋਲ ਆਪਣੇ ਵੀ ਪੁਰਾਣੇ ਹਥਿਆਰ ਪਏ ਹੁੰਦੇ ਸੀਗੇ। ਵੈਸੇ ਵੀ ਪੰਜਾਬ ਤੇ ਸਿੱਖਾਂ ਦਾ ਕਲਚਰ ਇਹੀ ਰਿਹਾ ਹੈ ਕਿ ਹਮੇਸ਼ਾ ਤਿਆਰ ਰਹਿਣਾ, ਕੁਛ ਨਾ ਕੁਛ ਹਥਿਆਰ ਨਾਲ ਰੱਖਣੇ, ਜਿਹਦੇ ਕਰਕੇ ਅੰਗਰੇਜ਼ ਵਰਕਰਸ ਵੀ ਇਹਨਾਂ ਤੋਂ ਡਰਦੇ ਸੀਗੇ ਕਿਉਂਕਿ ਦੁਬਾਰਾ ਅਟੈਕ ਦੇਖਣ ਨੂੰ ਵੀ ਮਿਲਦਾ ਸੀਗਾ। ਔਰ ਵੈਸੇ ਵੀ ਸ਼ੁਰੂ ਤੋਂ ਹੀ ਅੰਗਰੇਜ਼ ਸਰਕਾਰ ਸਿੱਖਾਂ ਦੀ ਬਹਾਦਰੀ ਤੋਂ ਵਾਕਿਫ ਸੀਗੀ ਔਰ ਸਿੱਖ ਵੀ ਬਹੁਤ ਲਾਇਲ ਰਹੇ, ਜਿੰਨਾ ਚਿਰ ਵੀ ਇਹਨਾਂ ਨੇ ਬ੍ਰਿਟਿਸ਼ ਆਰਮੀ 'ਚ ਅੰਗਰੇਜ਼ ਸਰਕਾਰ ਨੂੰ ਸਰਵ ਕੀਤਾ। ਪਰ ਫਿਰ ਵੀ ਕੈਨੇਡੀਅਨ ਸਰਕਾਰ ਕੂਟਨੀਤੀਆਂ ਚੱਲਦੀ ਰਹੀ ਕਿ ਸਿੱਖਾਂ ਨੂੰ ਕਿਸੇ ਤਰੀਕੇ ਹੋਰ ਜੌਬਸ ਨਾ ਮਿਲਣ ਤੇ ਇਹਨਾਂ ਦੀ ਇਮੀਗ੍ਰੇਸ਼ਨ ਵੀ ਬੰਦ ਕਰਾਈ ਜਾ ਸਕੇ, ਜਿਹਦੇ ਕਰਕੇ ਕੈਨੇਡੀਅਨ ਸਰਕਾਰ ਵੱਖਰੇ ਬਹਾਨੇ ਲੱਭਦੀ ਰਹੀ ਕਿ ਕਿਸੇ ਤਰੀਕੇ ਸਿੱਖਾਂ ਦਾ ਇਮੀਗ੍ਰੇਸ਼ਨ ਕੈਨੇਡਾ ਵਿੱਚ ਬੰਦ ਹੋ ਜਾਵੇ। ਜਿਹਦੇ ਚੱਲਦੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰਤੀਆਂ ਕਿ ਜਿਹੜੇ ਇੰਡੀਅਨਸ ਨੇ ਇਹ ਕੈਨੇਡੀਅਨ ਵੈਦਰ ਲਈ ਸੂਟੇਬਲ ਨਹੀਂ ਨੇ, ਕਿ ਇੱਥੇ ਦੇ ਮੌਸਮ ਦੇ ਹਿਸਾਬ ਦੇ ਨਾਲ ਇੰਡੀਅਨਸ ਜ਼ਿਆਦਾ ਦੇਰ ਇੱਥੇ ਟਿਕ ਨਹੀਂ ਪਾਉਣਗੇ। ਪਰ ਕਿਉਂਕਿ ਇੱਕ ਪੋਲੀਟੀਸ਼ੀਅਨ ਹੈ ਤੇ ਆਪਣੀ ਗੱਲ ਤੋਂ ਥੋੜਾ ਇੱਧਰ ਉੱਧਰ ਤਾਂ ਹੋਣਾ ਹੀ ਸੀਗਾ, ਇਹਨਾਂ ਨੇ ਇੱਕ ਲੈਟਰ ਲਿਖੀ ਆਪਣੇ ਵਾਇਸਰੋਏ ਆਫ ਕੈਨੇਡਾ ਨੂੰ ਤੇ ਇਹ ਦੱਸਿਆ ਕਿ ਐਕਚੁਅਲ 'ਚ ਜਿਹੜੇ ਚਾਈਨੀਜ਼ ਤੇ ਜੈਪਨੀਜ਼ ਵਰਕਰਸ ਨੇ, ਏਸ਼ੀਅਨ ਵਰਕਰਸ ਨੇ, ਇਹ ਸੂਟੇਬਲ ਨਹੀਂ ਨੇ ਇੱਥੇ ਦੇ ਵੈਦਰ ਤੇ ਕਲਾਈਮੇਟ ਦੇ ਹਿਸਾਬ ਦੇ ਨਾਲ, ਪਰ ਜਿਹੜੇ ਇੰਡੀਅਨ ਵਰਕਰਸ ਨੇ ਉਹ ਸਹੀ ਨੇ। ਕਿਸੇ ਤਰੀਕੇ ਕੈਨੇਡੀਅਨ ਗਵਰਨਮੈਂਟ ਦੀ ਇਹ ਕੋਸ਼ਿਸ਼ ਸੀਗੀ ਕਿ ਸਿੱਖਾਂ ਲਈ ਜਾਂ ਹੋਰ ਇਮੀਗ੍ਰੈਂਟਸ ਲਈ ਹੋਰ ਮੁਸੀਬਤਾਂ ਪੈਦਾ ਕੀਤੀਆਂ ਜਾਣ, ਜਿਹਦੇ ਨਾਲ ਉਹਨਾਂ ਦੀ ਵੋਟਾਂ ਅੰਗਰੇਜ਼ ਵਰਕਰਸ ਦੇ ਨਾਲ ਬਣੀ ਰਹੇ। ਔਰ ਇਸ ਇਵੈਂਟ ਤੋਂ ਕੁਝ ਮਹੀਨੇ ਬਾਅਦ ਜਦੋਂ ਅੰਗਰੇਜ਼ ਵਰਕਰਸ ਦਾ ਹੋਰ ਜ਼ਿਆਦਾ ਪ੍ਰੈਸ਼ਰ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਬਣਦਾ ਰਿਹਾ, 1908 ਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੇ ਇੰਡੀਅਨ ਵਰਕਰਸ ਨੂੰ ਇਹ ਕਿਹਾ ਕਿ ਤੁਸੀਂ ਕੈਨੇਡਾ ਵੋਲੰਟਰੀਲੀ ਛੱਡ ਕੇ ਬ੍ਰਿਟਿਸ਼ ਹੌਂਡੂਰਸ ਚਲ ਜਾਓ। ਔਰ ਅੱਜ ਦੀ ਡੇਟ ਦੇ ਵਿੱਚ ਇਸ ਕੰਟਰੀ ਦਾ ਨਾਮ ਬਲੀਜ਼ ਆ ਔਰ ਇਹ ਮੈਕਸੀਕੋ ਦੇ ਨੇੜੇ-ਤੇੜੇ ਦੇ ਇਲਾਕੇ ਨੇ। ਇਸ ਗੱਲ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਜਾਣ ਲਈ ਕੈਨੇਡੀਅਨ ਗਵਰਨਮੈਂਟ ਨੇ 2 ਸਿੱਖ ਲੀਡਰਸ ਭਾਈ ਸ਼ਾਮ ਸਿੰਘ ਤੇ ਭਾਈ ਨਾਗਰ ਸਿੰਘ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਜਾ ਕੇ ਬਲੀਜ਼ 'ਚ ਰਹਿ ਕੇ ਦੇਖੋ, ਜੇ ਤੁਹਾਨੂੰ ਪਸੰਦ ਵੀ ਆਉਂਦਾ ਹੈ। ਤੇ ਉਹ ਸਿੱਖ ਲੀਡਰ ਜਦੋਂ ਬਲੀਜ਼ 'ਚ ਉੱਥੇ ਦੀ ਬ੍ਰਿਟਿਸ਼ ਕਾਲੋਨੀ ਜੋ ਸੀ ਉਸ ਵਕਤ ਦੀ, ਉੱਥੇ ਜਦੋਂ ਰਹਿ ਕੇ ਵਾਪਸ ਆਉਂਦੇ ਨੇ, ਉਹ ਆਪਣੇ ਸਾਰੇ ਇੰਡੀਅਨ ਫੈਲੋ ਵਰਕਰਸ ਨੂੰ ਇਹ ਕਹਿੰਦੇ ਨੇ, ਭਾਵੇਂ ਉਹ ਸਿੱਖ ਹੈ ਕਿ ਮੁਸਲਮਾਨ ਹੈ ਕਿ ਹਿੰਦੂ ਆ, ਉਹਨਾਂ ਸਾਰਿਆਂ ਨੂੰ ਇਹ ਸਮਝਾਉਂਦੇ ਆ ਕਿ ਤੁਸੀਂ ਉੱਥੇ ਨਾ ਜਾਇਓ, ਇਹ ਕਲਾਈਮੇਟ ਸਾਡੇ ਲਈ ਸੂਟੇਬਲ ਨਹੀਂ ਆ। ਹਾਂ, ਇਹ ਸਾਊਥ ਇੰਡੀਅਨਸ ਲਈ ਜ਼ਰੂਰ ਸੂਟੇਬਲ ਹੋ ਸਕਦਾ ਪਰ ਨਾਰਥ ਇੰਡੀਅਨਸ ਲਈ ਵਾਰਾ ਨਹੀਂ ਖਾਏਗਾ,
ਕਿਉਂਕਿ ਸਾਊਥ ਇੰਡੀਆ ਵੀ ਸਮੁੰਦਰ ਦੇ ਇਲਾਕੇ ਦੇ ਨਾਲ ਜੁੜਿਆ ਹੋਇਆ ਔਰ ਬਲੀਜ਼ ਵੀ ਸਮੁੰਦਰੀ ਇਲਾਕੇ ਦੇ ਨਾਲ ਜੁੜਿਆ ਹੋਇਆ ਹੈ ਔਰ ਦੋਵਾਂ ਦੇ ਕਲਾਈਮੇਟ ਵੀ ਟ੍ਰੋਪੀਕਲ ਨੇ। ਐਨੀਵੇਜ਼ ਕੈਨੇਡੀਅਨ ਗਵਰਨਮੈਂਟ ਕਾਫੀ ਕੋਸ਼ਿਸ਼ਾਂ ਕਰ ਰਹੀ ਸੀ ਕਿ ਕਿਸੇ ਤਰੀਕੇ ਸਿੱਖ ਕੈਨੇਡਾ ਛੱਡ ਕੇ ਵਾਪਸ ਚਲ ਜਾਣ ਤੇ ਹੋਰ ਇਮੀਗ੍ਰੇਸ਼ਨ ਕੈਨੇਡਾ ਵਿੱਚ ਨਾ ਆਵੇ। ਜਿਹਦੇ ਚੱਲਦੇ 1710 ਸਿੱਖ ਵਰਕਰਸ ਬ੍ਰਿਟਿਸ਼ ਕੋਲੰਬੀਆ ਨੂੰ ਛੱਡ ਕੇ ਕੈਲੀਫੋਰਨੀਆ ਮੂਵ ਹੋ ਜਾਂਦੇ ਹੁਣ ਇਹਨਾਂ 1710 ਸਿੱਖ ਵਰਕਰਸ ਨੂੰ ਯਾਦ ਰੱਖਿਓ ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਬਹੁਤ ਵੱਡਾ ਤਹਿਲਕਾ ਮਚਾਉਣਾ ਹੈ। ਔਰ ਇਸੇ ਵਕਤ ਹੀ ਖਾਲਸਾ ਦੀਵਾਨ ਸੁਸਾਇਟੀ ਵੀ ਜੋਰਾ ਸ਼ੋਰਾ ਦੇ ਵਿੱਚ ਆ ਜਾਂਦੀ ਆ ਔਰ ਜਿਹੜੇ ਵਰਕਰਸ ਲੱਕੜ ਦੀ ਮਿੱਲਾਂ 'ਚ ਕੰਮ ਕਰਦੇ ਨੇ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਇੱਕ ਜ਼ਮੀਨ ਦਾ ਟੋਟਾ ਖਰੀਦਿਆ ਕੈਨੇਡੀਅਨ ਸਰਕਾਰ ਕੋਲੋਂ ਔਰ ਉਹਨਾਂ ਹੀ ਲੱਕੜ ਦੀ ਮਿੱਲਾਂ ਤੋਂ ਇਹ ਆਪਣੀ ਪਿੱਠ ਤੇ ਲੱਕੜਾ ਢੋ ਕੇ ਲਿਆਉਂਦੇ ਰਹੇ ਜਿਹਦੇ ਨਾਲ ਇਹ ਗੁਰਦੁਆਰੇ ਦੀ ਕੰਸਟਰਕਸ਼ਨ ਸ਼ੁਰੂ ਹੋਈ ਔਰ ਇਹ ਉਹੀ ਗੁਰਦੁਆਰਾ ਹੈ ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਕੀਤੀ ਸੀ ਜਿਹੜਾ ਵੈਨਕੂਵਰ ਦੇ ਵਿੱਚ ਪਹਿਲੀ ਵਾਰੀ ਬਣਿਆ ਸੀਗਾ। ਔਰ ਇਸੇ ਵਕਤ ਕੈਨੇਡੀਅਨ ਪ੍ਰਾਈਮ ਮਿਨਿਸਟਰ ਵਿਲਫਰਡ ਲਾਰੀਅਰ ਫਿਰ ਤੋਂ ਆਪਣੀ ਸਪੀਚਸ 'ਚ ਇਹ ਕਹਿ ਰਹੇ ਸੀਗੇ ਕਿ ਸਾਡੀ ਮਰਜ਼ੀ ਹੈ, ਸਾਡੇ ਕੋਲ ਪਾਵਰ ਆ ਕਿ ਇਹਨੂੰ ਅਸੀਂ ਕੈਨੇਡਾ ਵਿੱਚ ਰੱਖਣਾ ਚਾਹੁੰਦੇ ਹਾਂ ਜਾਂ ਨਹੀਂ ਰੱਖਣਾ ਚਾਹੁੰਦੇ ਭਾਵੇਂ ਹਿੰਦੂ ਜਾਂ ਹੋਰ ਕੋਈ ਇਮੀਗ੍ਰੈਂਟਸ ਕਿਉਂ ਨਾ ਹੋਣ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਇੰਡੀਆ ਤੋਂ ਕੋਈ ਵੀ ਆਉਂਦਾ ਸੀ ਉਹਨਾਂ ਨੂੰ ਹਿੰਦੂ ਹੀ ਕੰਸੀਡਰ ਕੀਤਾ ਜਾਂਦਾ ਸੀ। ਬੇਸਿਕਲੀ ਇਹ ਸਿੱਖ ਵਰਕਰਸ ਨੂੰ ਹੀ ਐਡਰੈਸ ਕਰ ਰਹੇ ਸੀਗੇ ਔਰ ਇਹਨਾਂ ਨੇ ਇਸ ਸਪੀਚ ਇਹ ਵੀ ਕਿਹਾ ਜਿਹੜੇ ਲੋਕ ਫਿਜ਼ੀਕਲੀ ਮੈਂਟਲੀ ਜਾਂ ਮੋਰਲੀ ਸਾਡੇ ਲਈ ਸੂਟੇਬਲ ਨਹੀਂ ਆ ਅਸੀਂ ਉਹਨਾਂ ਨੂੰ ਕੈਨੇਡਾ 'ਚੋਂ ਡਿਪੋਰਟ ਵੀ ਕਰ ਸਕਦੇ ਹਾਂ। ਔਰ ਇਹਦੇ ਚੱਲਦੇ ਹੀ ਜਿਹੜੇ ਨੈਕਸਟ ਕੈਨੇਡੀਅਨ ਪ੍ਰਾਈਮ ਮਿਨਿਸਟਰ ਬਣਨ ਦੀ ਕਤਾਰ ਦੇ ਵਿੱਚ ਲੱਗੇ ਹੋਏ ਸੀ ਵਿਲੀਅਮ ਮੈਕਨਜ਼ੀ ਪਹੁੰਚ ਜਾਂਦੇ ਨੇ ਲੰਡਨ ਤੇ ਕਲਕੱਤਾ ਤਾਂ ਕਿ ਬ੍ਰਿਟਿਸ਼ ਗਵਰਨਮੈਂਟ ਤੇ ਬ੍ਰਿਟਿਸ਼ ਇੰਡੀਅਨ ਗਵਰਨਮੈਂਟ ਨੂੰ ਇਹ ਸਮਝਾਇਆ ਜਾ ਸਕੇ ਕਿ ਕੈਨੇਡੀਅਨ ਪੁਆਇੰਟ ਆਫ ਵਿਊ ਦੇ ਨਾਲ ਇੰਡੀਅਨ ਇਮੀਗ੍ਰੈਂਟਸ ਦਾ ਕੈਨੇਡਾ ਆਣਾ ਬਹੁਤ ਨੁਕਸਾਨਦੇਹ ਹੋ ਰਿਹਾ ਜਿਹਦੇ ਕਰਕੇ ਗਵਰਨਮੈਂਟ ਨੇ ਆਪਣੀ ਸਾਰੀ ਐਡਵਰਟਾਈਜ਼ਿੰਗ ਬੰਦ ਕਰ ਦਿੱਤੀ। ਉਸ ਸਮੇਂ ਗਵਰਨਮੈਂਟ ਇਹ ਐਡਵਰਟਾਈਜ਼ ਕਰਦੀ ਸੀਗੀ ਕਿ ਇੰਡੀਅਨਸ ਜਾਂ ਹੋਰ ਕਮਿਊਨਿਟੀਜ਼ ਕੋਲ ਨਾਰਥ ਅਮਰੀਕਾ ਦੇ ਵਿੱਚ ਕਾਫੀ ਜੌਬ ਓਪਰਚੁਨਿਟੀਜ਼ ਹੈ ਕਿਉਂਕਿ ਇੱਥੇ ਕਾਫੀ ਜ਼ਿਆਦਾ ਗਰੋਥ ਐਂਡ ਡਿਵੈਲਪਮੈਂਟ ਹੋ ਰਹੀ ਸੀ ਤੇ ਬਹੁਤ ਜ਼ਿਆਦਾ ਜੌਬਸ ਓਪਰਚੁਨਿਟੀਜ਼ ਕ੍ਰੀਏਟ ਹੋ ਰਹੀਆਂ ਸੀਗੀਆਂ। ਔਰ ਵਿਲੀਅਮ ਮੈਕੈਂਜੀ ਨੂੰ ਇਸ ਕਰਕੇ ਵੀ ਲੰਡਨ ਤੇ ਕਲਕੱਤਾ ਜਾਣਾ ਪਿਆ ਕਿਉਂਕਿ ਕੈਨੇਡਾ ਤੇ ਇੰਡੀਆ ਦੋਵੇਂ ਹੀ ਬ੍ਰਿਟਿਸ਼ ਕਾਲੋਨੀਜ਼ ਨੇ। ਰੇਸ ਦੇ ਆਧਾਰ ਤੇ ਕਿ ਕੋਈ ਇੰਡੀਅਨ ਜਾਂ ਸਾਊਥ ਏਸ਼ੀਅਨ ਆ ਉਹਨਾਂ ਨੂੰ ਇਮੀਗ੍ਰੇਟ ਕਰਨ ਤੋਂ ਰੋਕਣਾ ਬੜਾ ਹੀ ਮੁਸ਼ਕਿਲ ਕੰਮ ਹੋ ਸਕਦਾ ਆ ਜਿਹਦੇ ਕਰਕੇ ਇਹਨਾਂ ਨੇ ਇੱਕ ਪਲਾਨ ਕੀਤਾ ਤੇ ਬਾਅਦ ਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਵੀ ਕੀਤਾ। ਔਰ ਇਹ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਅਸਲੀ ਡਾਕੂਮੈਂਟ ਆ ਇਹਦੇ ਵਿੱਚ ਕੁਝ ਲੂਪ ਹੋਲਸ ਵੀ ਸੀਗੇ ਜਿਹੜੇ ਸਿੱਖ ਵਰਕਰਸ ਨੇ ਆਪਣੇ ਬੈਨੀਫਿਟ ਲਈ ਯੂਜ਼ ਕੀਤਾ ਪਰ ਕੈਨੇਡੀਅਨ ਗਵਰਨਮੈਂਟ ਨੇ ਦੁਬਾਰਾ ਇਸ ਡਾਕੂਮੈਂਟ ਨੂੰ ਰਿਵਾਈਜ਼ ਕੀਤਾ ਜਿਹਦੇ ਕਰਕੇ ਮਸ਼ਹੂਰ ਕੋਮਾਗਾਟਾ ਮਾਰੂ ਇਨਸੀਡੈਂਟ ਵੀ ਹੋਇਆ ਜਿਹਦੇ ਬਾਰੇ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਬ੍ਰਿਟਿਸ਼ ਸਰਕਾਰ ਤੋਂ ਸਲਾਹ ਦੇ ਬਾਅਦ ਕੈਨੇਡੀਅਨ ਗਵਰਨਮੈਂਟ ਨੇ 2 ਕਾਲੇ ਕਾਨੂੰਨ ਪਾਸ ਕੀਤੇ ਜਿਹਦੇ ਨਾਲ ਇਮੀਗ੍ਰੇਸ਼ਨ ਸੀਜ਼ ਹੋ ਸਕੇ। ਬੇਸਿਕਲੀ ਇਹ ਲਾਜ਼ ਕੈਨੇਡੀਅਨ ਗਵਰਨਮੈਂਟ ਵੱਲੋਂ ਬ੍ਰਿਟਿਸ਼ ਕਿੰਗਡਮ ਦੇ ਰੂਲਸ ਦੇ ਵਿੱਚ ਹੀ ਲੂਪ ਹੋਲਸ ਕੱਢਣ ਦਾ ਇੱਕ ਜ਼ਰੀਆ ਸੀਗਾ। ਬ੍ਰਿਟਿਸ਼ ਗਵਰਨਮੈਂਟ ਦੀ ਸਲਾਹ ਦੇ ਨਾਲ ਕੈਨੇਡੀਅਨ ਗਵਰਨਮੈਂਟ ਨੇ 2 ਲਾਅ ਪਾਸ ਕੀਤੇ ਜਿਹਦੇ ਨਾਲ ਇਮੀਗ੍ਰੇਸ਼ਨ ਸੀਜ਼ ਕੀਤੀ ਜਾ ਸਕੇ ਇੰਡੀਆ ਤੋਂ ਕੈਨੇਡਾ ਤੱਕ ਦੀ। ਔਰ ਇਹ ਦੋਵੇਂ ਕਾਨੂੰਨ ਪੰਜਾਬੀਆਂ ਨੂੰ ਟਾਰਗੇਟ ਕਰਦੇ ਹੋਏ ਬਣਾਏ ਗਏ ਸੀਗੇ ਜਿਹਦੇ ਚੱਲਦੇ ਅੱਗੇ ਜਾ ਕੇ ਇਹਨਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਘਟ ਗਈ। ਇਹਦਾ ਪਹਿਲਾ ਕਾਨੂੰਨ ਇਹ ਸੀਗਾ ਕਿ $20 ਦੀ ਬਜਾਏ ਇੱਕ ਇੰਡੀਅਨ ਇਮੀਗ੍ਰੈਂਟ ਨੂੰ $200 ਜਮ੍ਹਾਂ ਕਰਵਾਉਣੇ ਪੈਣਗੇ ਅਗਰ ਉਹ ਇੰਡੀਆ ਤੋਂ ਕੈਨੇਡਾ ਮਾਈਗ੍ਰੇਟ ਹੋਣਾ ਚਾਹੁੰਦਾ ਹੈ ਜੋ ਕਿ 1908 ਦੇ ਹਿਸਾਬ ਦੇ ਨਾਲ ਬਹੁਤ ਹੀ ਜ਼ਿਆਦਾ ਵੱਡੀ ਰਕਮ ਸੀਗੀ। ਅਗਰ ਕਿਸੇ ਯੂਰੋਪੀਅਨ ਪੈਰੈਂਟਸ ਦੀ ਔਲਾਦ ਇੰਡੀਆ ਵਿੱਚ ਪੈਦਾ ਹੁੰਦੀ ਹੈ ਉਹਨਾਂ ਨੂੰ ਸਿਰਫ $25 ਦਾ ਟੈਕਸ ਲੱਗਦਾ ਸੀਗਾ ਔਰ ਬਲਕਿ ਕਿਸੇ ਵੀ ਵਾਈਟ ਇਮੀਗ੍ਰੈਂਟ ਨੂੰ ਇਹ ਸੇਮ $25 ਦਾ ਟੈਕਸ ਹੀ ਲੱਗਦਾ ਸੀਗਾ। ਬਸ ਇੰਡੀਅਨਸ ਨੂੰ ਆਪਣੇ ਇੰਡੀਅਨ ਹੋਣ ਦਾ 800% ਜ਼ਿਆਦਾ ਟੈਕਸ ਦੇਣਾ ਪੈਂਦਾ ਸੀਗਾ। ਔਰ ਦੂਜਾ ਰੂਲ ਇਹ ਸੀਗਾ ਕਿ ਤੁਸੀਂ ਆਪਣੀ ਬਰਥ ਕੰਟਰੀ ਤੋਂ ਬਿਨਾਂ ਕਿਸੇ ਜਗ੍ਹਾ ਸਟਾਪ ਲੈਤੇ ਹੋਏ ਡਾਇਰੈਕਟ ਕੈਨੇਡਾ ਵਿੱਚ ਪਹੁੰਚੋ। ਹੋਰ ਇਸ ਜਹਾਜ਼ ਦੀ ਟਿਕਟਾਂ ਵੀ ਤੁਸੀਂ ਐਡਵਾਂਸ ਵਿੱਚ ਹੀ ਲੈਣੀਆਂ ਨੇ। ਅਫਸੋਸ ਉਸ ਸਮੇਂ ਕੋਈ ਵੀ ਐਸਾ ਜਹਾਜ਼ ਅਵੇਲੇਬਲ ਨਹੀਂ ਸੀ ਜੋ ਇੰਡੀਆ ਤੋਂ ਕੈਨੇਡਾ ਬਿਨਾਂ ਕਿਸੇ ਸਟਾਪ ਤੋਂ ਪਹੁੰਚ ਵੀ ਸਕੇ। ਔਰ ਇਹ ਸਾਰੇ ਕਾਨੂੰਨ ਪੰਜਾਬੀਆਂ ਨੂੰ ਟਾਰਗੇਟ ਕਰਦੇ ਹੋਏ ਹੀ ਬਣਾਏ ਗਏ ਸੀਗੇ ਜਿਹਦੇ ਕਰਕੇ ਪੰਜਾਬੀ ਦੀ ਪੋਪੂਲੇਸ਼ਨ ਕੈਨੇਡਾ ਵਿੱਚ ਘਟਦੀ ਨਜ਼ਰ ਆ ਰਹੀ ਸੀਗੀ। ਔਰ ਇਹਨਾਂ ਐਂਟੀ ਏਸ਼ੀਅਨ ਲਾਜ਼ ਨੂੰ ਐਨਕਰੇਜ ਕਰਨ ਦੇ ਲਈ ਬ੍ਰਿਟਿਸ਼ ਕੋਲੰਬੀਆ ਦੇ ਅਖਬਾਰਾਂ ਦੇ ਵਿੱਚ ਕੁਝ ਇਸ ਤਰੀਕੇ ਦੇ ਕਾਰਟੂਨ ਵੀ ਪਬਲਿਸ਼ ਕੀਤੇ ਜਾਂਦੇ ਸੀਗੇ। ਹੁਣ ਜਿਵੇਂ ਅਸੀਂ ਗੱਲ ਕੀਤੀ ਸੀਗੀ 1908 ਦੇ ਵਿੱਚ ਤਕਰੀਬਨ 5000 ਇੰਡੀਅਨਸ ਆਲਰੇਡੀ ਕੈਨੇਡਾ ਦੇ ਵਿੱਚ ਸੀਗੇ ਪਰ ਜੇ ਅਸੀਂ 1911 ਦੀ ਗੱਲ ਕਰੀਏ ਸਿਰਫ 2225 ਰਹਿ ਗਏ ਸੀਗੇ। ਔਰ ਇਸ 1908 ਦੇ ਕਾਨੂੰਨ ਤੋਂ ਪਹਿਲਾਂ ਜਿਹੜੀ ਵੀ ਇਮੀਗ੍ਰੇਸ਼ਨ ਸਿੱਖਾਂ ਦੀ ਕੈਨੇਡਾ ਪਹੁੰਚ ਗਈ ਸੀਗੀ ਸਿਰਫ ਉਹੀ ਬਚੀ ਖੁਚੀ ਰਹਿ ਗਈ ਔਰ ਜਿਸ ਕਰਕੇ 1911 ਦੇ ਸੈਂਸਸ ਦੇ ਵਿੱਚ 2225 ਦਾ ਜਿਹੜਾ ਆંકੜਾ ਆਇਆ ਉਹ ਇੱਥੋਂ ਹੀ ਆਇਆ। ਔਰ ਕਿਉਂਕਿ ਕਾਨੂੰਨ ਇੰਨੇ ਜ਼ਿਆਦਾ ਸਖਤ ਹੋਣੇ ਸ਼ੁਰੂ ਹੋ ਗਏ ਸੀਗੇ 1921 ਤੱਕ ਤੁਸੀਂ ਦੇਖ ਸਕਦੇ ਹੋ ਕਿਵੇਂ 56% ਡਿਕਲਾਈਨ ਆਇਆ ਸੀਗਾ ਸਿੱਖਾਂ ਦੀ ਪੋਪੂਲੇਸ਼ਨ ਦੇ ਵਿੱਚ। ਔਰ ਇਹ ਜਿਹੜਾ ਕੰਟੀਨਿਊਸ ਜਰਨੀ ਵਾਲਾ ਲਾਅ ਸੀਗਾ ਕਿ ਤੁਸੀਂ ਕਿਤੇ ਵੀ ਸਟਾਪ ਨਹੀਂ ਲੈ ਸਕਦੇ ਤੁਹਾਨੂੰ ਇੰਡੀਆ ਤੋਂ ਸਿੱਧਾ ਡਾਇਰੈਕਟਲੀ ਕੈਨੇਡਾ ਹੀ ਲੈਂਡ ਕਰਨਾ ਪਵੇਗਾ। ਇਹ ਜਿਹੜਾ ਲਾਅ 1947 ਤੱਕ ਚੱਲਦਾ ਰਿਹਾ ਜਿਹਦੇ ਕਰਕੇ ਅਗਰ ਤੁਸੀਂ ਇਸ ਗ੍ਰਾਫ ਨੂੰ ਦੁਬਾਰਾ ਦੇਖੋ 1941 ਤੱਕ ਸਿੱਖਾਂ ਦੀ ਪੋਪੂਲੇਸ਼ਨ ਸਿਰਫ 1465 ਸੀਗੀ ਜੋ ਕਿ 1911 ਦੀ ਪੋਪੂਲੇਸ਼ਨ ਤੋਂ ਵੀ ਘੱਟ। 1921 ਤੋਂ ਬਾਅਦ ਇਹ ਪੋਪੂਲੇਸ਼ਨ ਥੋੜੀ ਜਿਹੀ ਵੱਧਦੀ ਨਜ਼ਰ ਆ ਰਹੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਇੰਡੀਆ ਤੋਂ ਹੀ ਆਈ ਹੋਵੇ। ਇਹਦੇ 2 ਕਾਰਨ ਹੋ ਸਕਦੇ ਹਨ। ਅਮਰੀਕਾ ਤੋਂ ਵੀ ਕੁਝ ਸਿੱਖ ਇਮੀਗ੍ਰੇਟ ਕੀਤੇ ਹੋਣ ਔਰ ਦੂਸਰਾ ਕਾਰਨ ਇਹ ਵੀ ਹੋ ਸਕਦਾ 1921 ਦੇ ਵਿੱਚ ਜਿਹੜੀ ਪੋਪੂਲੇਸ਼ਨ ਘਟੀ ਸੀਗੀ ਉਸ ਤੋਂ ਬਾਅਦ ਜਿਹੜੇ ਸਿੱਖ ਇੱਥੇ ਆਏ ਨੇ ਉਹ ਜ਼ਿਆਦਾਤਰ ਇਲੀਗਲ ਕ੍ਰਾਸ ਬਾਰਡਰ ਤੋਂ ਵੀ ਆਏ ਹੋ ਸਕਦੇ ਨੇ। ਔਰ ਜਿੱਦਾਂ ਹੀ 1947 ਦੇ ਵਿੱਚ ਇੱਕ ਕਾਨੂੰਨ ਚੇਂਜ ਹੋਏ ਤੇ 1951 ਤੇ ਤੁਸੀਂ ਸੈਂਸਸ ਦੇਖ ਸਕਦੇ ਹੋ ਕਿੱਦਾਂ ਹੀ ਪੋਪੂਲੇਸ਼ਨ ਦੁਬਾਰਾ ਬੂਸਟ ਹੋਣੀ ਸ਼ੁਰੂ ਹੋ ਗਈ। ਪਰ ਸਿੱਖਾਂ ਨੇ ਫਿਰ ਵੀ ਕੈਨੇਡੀਅਨ ਗਵਰਨਮੈਂਟ ਦੇ ਇਹਨਾਂ ਦੋਵੇਂ ਕਾਨੂੰਨਾਂ ਨੂੰ ਚੈਲੰਜ ਕੀਤਾ ਔਰ ਇੱਕ ਇਤਿਹਾਸ ਵੀ ਰਚ ਦਿਖਾਇਆ।
ਭਾਵੇਂ ਹੀ ਇਹਦੇ ਪਿੱਛੇ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ, ਪਰ ਕੈਨੇਡੀਅਨ ਗਵਰਨਮੈਂਟ ਨੇ 102 ਸਾਲ ਬਾਅਦ 2016 ਦੇ ਵਿੱਚ ਇਸ ਦੀ ਮਾਫੀ ਵੀ ਮੰਗੀ। ਇਸ ਇਨਸੀਡੈਂਟ ਨੂੰ ਸਾਰੀ ਦੁਨੀਆ ਵਿੱਚ ਕੋਮਾਗਾਟਾਮਾਰੂ ਇਨਸੀਡੈਂਟ ਤੋਂ ਜਾਣਦੇ ਆ। ਹੋਰ ਇਸ ਇਨਸੀਡੈਂਟ ਬਾਰੇ ਗਦਰ ਪਾਰਟੀ ਦਾ ਕੀ ਰੋਲ ਰਿਹਾ ਤੇ ਸਿੱਖਾਂ ਦੇ ਹੋਰ ਕਈ ਦਿਲਚਸਪ ਕਿੱਸੇ ਅਸੀਂ ਇਸ ਵੀਡੀਓ ਦੇ ਦੂਸਰੀ ਪਾਰਟ ਵਿੱਚ ਡਿਸਕਸ ਕਰਾਂਗੇ, ਜੋ ਜਲਦੀ ਹੀ ਪਬਲਿਸ਼ ਹੋਏਗੀ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਮਿਲਦੇ ਆ ਅਗਲੀ ਵੀਡੀਓ 'ਚ। ਦੇਖਣ ਲਈ ਬਹੁਤ ਬਹੁਤ ਧੰਨਵਾਦ।